सिखा
दी हार कितों तू तक होनी है, किन्ने कतले आम होणगे अते किवें जाके अगे प्राप्ति होवेगी, वो वचन महाराज इत्थे दस देगा। आओ मन दे ध्यान नूं लगाइए, मिल के आखिए सतनाम श्री वाहिगुरू साहिब जी। मोहर रंग बंद कर लगे कह लगे औरंगजेब जिहड़ा बादशाह है ये फिर तख्त के ऊपर आके बैठेगा। ये कह लगे फिर मीरा शाह सिर में लगी। गुरमुखो ये मीरा शाह एक फकीर का नाम है। इतिहास विच वचन इस तरह होता है कि शाहजहान बादशाह के 4 पुत्र सन, कला औरंगजेब के पुत्र नहीं। ਇਹਦੇ ਤੋਂ ਬਿਨਾ 4 ਪੁੱਤਰ, ਇਹਦੇ ਸਣੇ 4 ਪੁੱਤਰ ਸਨ। ਇੱਕ ਔਰੰਗਜ਼ੇਬ ਤੇ 3 ਦੇ ਭਰਾ ਹੋਰ ਨੇ। ਜਦੋਂ ਬਾਦਸ਼ਾਹ ਨੇ ਵੇਖਿਆ ਵੀ ਮੇਰੇ ਪੁੱਤਰ ਜਵਾਨ ਹੋ ਗਏ, ਇੱਕ ਨੂੰ ਬੰਗਾਲ ਦਾ ਰਾਜਾ ਬਣਾ ਦਿੱਤਾ, ਗਵਰਨਰ ਬਣਾ ਦਿੱਤਾ ਵੀ ਤੇਰਾ ਉਹ ਇਲਾਕਾ ਤੂੰ ਜਾ ਕੇ ਆਪਣੇ ਇਲਾਕੇ ਨੂੰ ਸਾਂਭ। ਇੱਕ ਨੂੰ ਅਸਾਮ ਦਾ ਇਲਾਕਾ ਸਾਰਾ ਦੇ ਦਿੱਤਾ ਵੀ ਇਧਰਲਾ ਜਿੰਨਾ ਵੀ ਇਲਾਕਾ ਹੈ ਇਹਦੀ ਜ਼ਿੰਮੇਵਾਰੀ ਤੇਰੇ ਕੋਲ ਹੈ। ਤੇ ਇੱਕ ਨੂੰ ਬਿਹਾਰ ਦਾ ਇਲਾਕਾ ਜਿਹੜਾ ਹੈ ਨਾ ਇਹ ਦੇ ਦਿੱਤਾ। 3 ਇਲਾਕੇ ਆਪਣੇ 3 ਪੁੱਤਰਾਂ ਨੂੰ ਵੰਡ ਦਿੱਤੇ। ਤੇ ਚੌਥਾ ਪੁੱਤਰ ਹੈ ਦਾਰਾਸ਼ਕੋ। ਦਾਰਾਸ਼ਕੋ ਕੋਈ ਰੱਬ ਦੀ ਭੈ ਭਾਵਨਾ ਵਾਲਾ ਸੀ, ਕੋਈ ਸਾਧੂਆਂ ਸੰਤਾਂ ਦੀ ਸੰਗਤ ਕਰਨ ਵਾਲਾ। ਉਹ ਬਾਦਸ਼ਾਹ ਨੇ ਆਪਣੇ ਕੋਲ ਰੱਖ ਲਿਆ ਵੀ ਇਹ ਮੇਰੇ ਕੋਲ ਦਿੱਲੀ ਵਿੱਚ ਰਹੇਗਾ, ਮੇਰੀ ਦੇਖਭਾਲ ਵੀ ਕਰੇਗਾ ਔਰ ਨਾਲ ਨਾਲ ਇਹ ਬਾਕੀ ਪ੍ਰਬੰਧ ਵੀ ਚਲਾਏਗਾ। ਜਦੋਂ ਇਸ ਤਰ੍ਹਾਂ 4 ਭਰਾਵਾਂ ਨੂੰ ਰਾਜ ਵੰਡਿਆ ਗਿਆ ਤੇ ਕਹਿਣ ਲੱਗੇ ਵੀ ਇਹ ਜਿਹੜਾ ਔਰੰਗਜ਼ੇਬ ਹੈ ਨਾ ਇਹਦੇ ਮਨ ਦੇ ਵਿੱਚ ਲਾਲਚ ਆ ਗਿਆ ਵੀ ਕਿਉਂ ਨਾ ਹੋਵੇ ਮੈਂ ਸਾਰਾ ਰਾਜ ਭਾਗ ਮੈਂ ਸਾਂਭਾ। ਸਾਰਾ ਰਾਜ ਭਾਗ ਸਾਂਭਣ ਵਾਸਤੇ ਫਿਰ ਇਸਨੇ ਵਿਉਂਤ ਬਣਾਈ ਹੈ। ਪਹਿਲਾਂ ਆਪਨੇ ਇੱਕ ਭਰਾ ਦੇ ਨਾਲ ਮਿਲਿਆ, ਕਹਿਣ ਲੱਗਾ ਵੀ ਭਰਾ ਆਪਾਂ ਦੋਨੇ ਇਕੱਠੇ ਹੋ ਜਾਈਏ, ਆਪਾਂ ਦੋਨੇ ਜਾਨੇ ਫੌਜ ਇਕੱਠੀ ਕਰਕੇ ਤੇ ਦੂਜਿਆਂ ਦੇ ਉੱਪਰ ਕਰਾਂਗੇ ਹਮਲਾ ਤੇ ਰਾਜ ਭਾਗ ਆਪਾਂ ਨੂੰ ਮਿਲ ਜਾਏ। ਦੂਜੇ ਭਰਾ ਨੇ ਸੋਚਿਆ ਵੀ ਔਰੰਗਜ਼ੇਬ ਠੀਕ ਕਹਿ ਰਿਹਾ, ਇਹਦੀ ਮਦਦ ਲੈਣ ਵਾਸਤੇ ਜਾਂ ਇਹਦੇ ਨਾਲ ਸੁਲਾਹ ਕਰਕੇ ਇਹਨੂੰ ਮਿਲਣ ਵਾਸਤੇ ਆ ਗਿਆ। ਇਸ ਪਾਪੀ ਰਾਜੇ ਨੇ ਕੀ ਕੀਤਾ, ਆਪਣੇ ਭਰਾ ਨੂੰ ਸ਼ਰਾਬ ਪਿਲਾ ਕੇ ਤੇ ਆਪਣੇ ਸਿਪਾਹੀਆਂ ਨੂੰ ਕਿਹਾ ਵੀ ਇਹਨੂੰ ਕਤਲ ਕਰ ਦਿਓ। ਸਕੇ ਭਰਾ ਨੂੰ ਸ਼ਰਾਬ ਦੇ ਨਸ਼ੇ ਵਿੱਚ ਲਾ ਕੇ ਕਤਲ ਕਰਵਾ ਦਿੱਤਾ। ਇੱਕ ਭਾਈ ਮਰ ਗਿਆ, ਹੁਣ 3 ਰਹਿ ਗਏ। ਤਿੰਨਾਂ ਵਿੱਚੋਂ ਜਿਹੜਾ ਦੂਜੇ ਨੰਬਰ ਦਾ ਹੈ ਫਿਰ ਉਹਨੂੰ ਆਪਣੇ ਨਾਲ ਮਿਲਾ ਲਿਆ। ਕਹਿਣ ਲੱਗਾ ਭਰਾ ਵੀ ਮੈਂ ਤੇ ਰਾਜ ਨਹੀਂ ਕਰਨਾ। ਉਹਦਾ ਕਾਰਨ ਇਹ ਸੀ ਕਿ ਔਰੰਗਜ਼ੇਬ ਛੋਟੀ ਉਮਰ ਦੇ ਵਿੱਚ ਇਹ ਜਿਹੜਾ ਮੀਰਾ ਸ਼ਾਹ ਨਾਮ ਦਾ ਫਕੀਰ ਹੈ ਨਾ ਇਹਦੀ ਸੇਵਾ ਕਰਦਾ ਹੁੰਦਾ ਛੋਟਿਆਂ ਹੁੰਦਿਆਂ। ਤੇ ਇਹਦਾ ਮਨ ਵੀ ਕਰਦਾ ਸੀ ਕਿ ਮੈਂ ਫਕੀਰ ਬਣ ਜਾਵਾਂ, ਫਕੀਰ ਬਣਨਾ ਚਾਹੁੰਦਾ ਸੀ ਔਰੰਗਜ਼ੇਬ ਵੀ ਮੈਂ ਫਕੀਰ ਬਣ ਜਾਵਾਂ, ਸਾਧੂ ਬਣ ਜਾਵਾਂ। ਪਰ ਇਹਦੇ ਅੰਦਰ ਇੱਕ ਤ੍ਰਿਸ਼ਨਾ ਵੀ ਸੀ ਇਸ ਗੱਲ ਦੀ ਵੀ ਰਾਜਾ ਵੀ ਬਣਾ, ਰਾਜ ਗੁਣੇ ਦੀ ਤ੍ਰਿਸ਼ਨਾ ਵੀ ਹੈ। ਇੱਕ ਮਨ ਕਰਦਾ ਵੀ ਫਕੀਰ ਬਣ ਜਾਵਾਂ, ਫਕੀਰਾਂ ਦੀ ਸੰਗਤ ਕਰਦਾ। ਇਹ ਮੀਰਾ ਸ਼ਾਹ ਨਾਮ ਦੇ ਫਕੀਰ ਕੋਲ ਬੈਠਦਾ ਵੀ ਹੈ, ਸੰਗਤ ਵੀ ਕਰਦਾ। ਪਰ ਤ੍ਰਿਸ਼ਨਾ ਇਹ ਵੀ ਹੈ ਕਿ ਰਾਜਾ ਬਣਾ। ਉਹ ਜਿਹੜੀ ਰਾਜੇ ਵਾਲੀ ਤ੍ਰਿਸ਼ਨਾ ਸੀ ਉਹ ਜ਼ਿਆਦਾ ਵੱਧ ਗਈ, ਜਿੰਨੇ ਰਾਜਾ ਹੀ ਬਣਨਾ। ਆਪਣੇ ਦੂਜੇ ਭਰਾ ਨੂੰ ਇਹ ਗੱਲ ਕਹੀ ਹੈ, ਕਹਿਣ ਲੱਗਾ ਵੀ ਮੈਂ ਤੇ ਨਹੀਂ ਕਰਨਾ ਰਾਜ ਭਾਗ, ਮੈਂ ਤੇ ਚਲੇ ਜਾਣਾ ਹੈ ਮੱਕੇ ਸ਼ਰੀਫ ਪਹੁੰਚਣਾ, ਮੈਂ ਤੇ ਉੱਥੇ ਜਾ ਕੇ ਹੱਜ ਕਰਾਂਗਾ, ਫਕੀਰਾਂ ਦੀ ਸੰਗਤ ਵਿੱਚ ਬੈਠਾਂਗਾ। ਮੈਨੂੰ ਰਾਜ ਨਹੀਂ ਚਾਹੀਦਾ, ਮੇਰਾ ਰਾਜ ਭਾਗ ਦੀ ਤੇ ਮੈਨੂੰ ਇੱਛਾ ਹੀ ਕੋਈ ਨਹੀਂ। ਪਰ ਮੇਰਾ ਜੀ ਕਰਦਾ ਹੈ ਕਿ ਮੈਂ ਤੈਨੂੰ ਨਾਲ ਲੈ ਕੇ ਤੇ ਰਾਜ ਤੈਨੂੰ ਦਵਾ ਦਿਆਂ, ਤੂੰ ਦਿੱਲੀ ਦਾ ਰਾਜਾ ਬਣੇ, ਸਾਰਾ ਕੁਝ ਤੇਰੇ ਕੋਲ ਹੋਵੇ। ਮੈਂ ਰਾਜ ਨੂੰ ਨਹੀਂ ਕੁਝ ਕਰਨਾ ਹੈ, ਮੈਂ ਮੱਕੇ ਚਲੇ ਜਾਣਾ। ਇਸ ਤਰ੍ਹਾਂ ਦੂਜੇ ਭਰਾ ਨੂੰ ਵੀ ਆਪਣੇ ਮਗਰ ਰਾਜ ਭਾਗ ਦਾ ਝਾਂਸਾ ਦੇ ਕੇ ਵੀ ਤੈਨੂੰ ਰਾਜਾ ਬਣਾਉਣਾ, ਨਾਲ ਬੁਲਾ ਲਿਆ। ਇਧਰ ਬਾਦਸ਼ਾਹ ਸ਼ਾਹਜਹਾਨ ਬਿਮਾਰ ਰਹਿੰਦਾ। ਔਰੰਗਜ਼ੇਬ ਨੇ ਰੌਲਾ ਪਵਾ ਦਿੱਤਾ ਕਿ ਜਿਹੜਾ ਮੇਰਾ ਭਰਾ ਮੇਰੇ ਪਿਤਾ ਦੇ ਕੋਲ ਰਹਿੰਦਾ ਨਾ ਉਹਨੇ ਮੇਰੇ ਪਿਤਾ ਨੂੰ ਕੈਦ ਕਰ ਲਿਆ। ਜਿਹੜੇ ਵੱਡੇ ਵੱਡੇ ਮੁਸਲਮਾਨ ਘਰਾਣੇ ਸਨ ਉਹਨਾਂ ਨੇ ਰੌਲਾ ਪਾ ਦਿੱਤਾ ਵੀ ਸਾਡੇ ਬਾਦਸ਼ਾਹ ਨੂੰ ਉਹਦੇ ਪੁੱਤਰ ਨੇ ਕੈਦ ਕਰ ਲਿਆ। ਰਾਤ ਸ਼ੁਰੂ ਹੋ ਗਈ।
ਜਦੋਂ ਇਹ ਗੱਲ ਦਾਰਾ ਸ਼ਕੋਹ ਨੂੰ ਪਤਾ ਲੱਗੀ ਨਾ ਵੀ ਕੈਦ ਤੇ ਮੈਂ ਕੀਤਾ ਨਹੀਂ, ਮੇਰਾ ਬਾਪ ਤੇ ਹੈ ਬਿਮਾਰ, ਦੁੱਧ ਤੇ ਚੱਲਦਾ ਪਿਆ, ਇਲਾਜ ਚੱਲਦਾ ਪਿਆ, ਪਰ ਦੁਨੀਆ ਵਿੱਚ ਰੌਲਾ ਪੈ ਗਿਆ। ਇਸ ਰੌਲੇ ਨੂੰ ਸ਼ਾਂਤ ਕਰਨ ਵਾਸਤੇ ਇੱਕ ਦਿਨ ਸ਼ਾਹਜਹਾਨ ਨੂੰ ਮਹਿਲਾਂ ਵਿੱਚੋਂ ਬਾਹਰ ਕੱਢਿਆ ਤੇ ਬੇੜੀ ਵਿੱਚ ਬਿਠਾ ਕੇ ਤੇ ਜਮਨਾ ਦੇ ਵਿੱਚ ਲੈ ਗਿਆ ਉਸ ਦਾ ਪੁੱਤਰ। ਇਹ ਦੁਨੀਆ ਵੇਖ ਲਵੇ ਵੀ ਮੈਂ ਕੈਦ ਨਹੀਂ ਕੀਤਾ। ਬੇੜੀ ਵਿੱਚ ਦੂਰੋਂ ਲੋਕ ਦੇਖਦਾ ਵੀ ਬੈਠਾ ਬਾਦਸ਼ਾਹ ਜਿੰਦਾ ਜਾਗਦਾ ਦਿਖਾ ਦੇ ਦਿੱਤਾ, ਪਰ ਗੱਲਬਾਤ ਕਿਸੇ ਦੀ ਨਾ ਹੋਣ ਦਿੱਤੀ। ਔਰੰਗਜ਼ੇਬ ਨੇ ਫਿਰ ਰੌਲਾ ਪਾ ਲਿਆ ਵੀ ਨਹੀਂ, ਇਹ ਤੁਹਾਨੂੰ ਕੇਵਲ ਬਤਾਇਆ ਹੀ ਹੈ, ਪਰ ਹੈ ਇਹਨੂੰ ਕੈਦ ਕੀਤਾ ਹੋਇਆ ਮੇਰੇ ਬਾਪ। ਇਸ ਤਰ੍ਹਾਂ ਕੁਝ ਲੋਕ ਜਿਹੜੇ ਸਨ ਉਹ ਦਾਰਾ ਸ਼ਕੋਹ ਦੇ ਵੈਰੀ ਬਣ ਗਏ। ਦੂਜੀ ਗੱਲ ਇਹ ਵੀ ਦਾਰਾ ਸ਼ਕੋਹ ਇੰਨਾ ਚੁਸਤ ਚਲਾਕ ਵੀ ਨਹੀਂ ਹੈ ਔਰ ਔਰੰਗਜ਼ੇਬ ਦਾ ਮੁਕਾਬਲਾ ਕਰ ਨਹੀਂ ਸਕਦਾ। ਇਹ ਸ਼ਾਹਜਹਾਨ ਨੂੰ ਵੀ ਪਤਾ। ਸ਼ਾਹਜਹਾਨ ਨੇ ਆਖਿਆ ਵੀ ਸੀ ਪੁੱਤਰ ਨੂੰ, ਦਾਰਾ ਸ਼ਕੋਹ ਨੂੰ, ਵੀ ਔਰੰਗਜ਼ੇਬ ਨਾਲ ਮੱਥਾ ਨਾ ਲਾ, ਉਹ ਬੜਾ ਚਲਾਕ ਹੈ, ਉਹਦੇ ਸਾਹਮਣੇ ਤੂੰ ਟਿਕ ਨਹੀਂ ਪਾਏ। ਪਰ ਜਿਨ੍ਹਾਂ ਦੇ ਬੰਦੇ ਦੀ ਹਿੰਮਤ ਹੋਵੇ, ਜ਼ੋਰ ਹੋਵੇ, ਉਹਨਾਂ ਦੇ ਬੰਦਾ ਕੋਈ ਯਤਨ ਕਰਦਾ ਹੈ। ਜਦੋਂ ਔਰੰਗਜ਼ੇਬ ਆਪਣੇ ਦੂਜੇ ਭਰਾ ਨੂੰ ਨਾਲ ਮਿਲਾ ਕੇ ਲੈ ਆਇਆ ਵੀ ਆਪਾਂ ਦੋਨੇ ਇਕੱਠੇ ਹੋ ਜਾਈਏ ਤੇ ਆਪਣਾ ਇੱਕ ਭਰਾ ਇੱਕ ਪਾਸੇ, ਆਪਾਂ ਦੋਨੇ ਤਗੜੇ ਆ ਕਿ ਉਹਨੂੰ ਮਾਰ ਲਵਾਂਗੇ, ਰਾਜ ਭਾਗ ਮੈਂ ਤੈਨੂੰ ਦਵਾ ਦਿਆਂਗਾ ਤੇ ਮੈਂ ਮੱਕੇ ਸ਼ਰੀਫ ਚਲਾ ਜਾਵਾਂਗਾ। ਜਦੋਂ ਫੌਜਾਂ ਲੈ ਕੇ ਔਰੰਗਜ਼ੇਬ ਆਇਆ, ਇਧਰੋਂ ਦਾਰਾ ਸ਼ਕੋਹ ਨੇ ਵੀ ਆਪਣੀਆਂ ਫੌਜਾਂ ਦਿੱਲੀ ਵਿੱਚੋਂ ਭੇਜੀਆਂ। ਦਿੱਲੀ ਤੋਂ ਥੋੜਾ ਅੱਗੇ ਨੂੰ ਜਾ ਕੇ ਮਥੁਰਾ ਦੀ ਸਾਈਡ ਤੋਂ ਜੰਗ ਹੋਇਆ। ਦਾਰਾ ਸ਼ਕੋਹ ਦੀਆਂ ਫੌਜਾਂ ਹਾਰ ਗਈਆਂ, ਭੱਜ ਗਈਆਂ। ਔਰੰਗਜ਼ੇਬ ਨੇ ਉਹ ਮੈਦਾਨ ਜਿੱਤਿਆ। ਔਰੰਗਜ਼ੇਬ ਦੀਆਂ ਫੌਜਾਂ ਦਿੱਲੀ ਵਿੱਚ ਪਹੁੰਚ ਗਈਆਂ। ਜਦੋਂ ਦਿੱਲੀ ਨੂੰ ਜਿੱਤ ਲਿਆ, ਬਾਦਸ਼ਾਹ ਦੇ ਇਰਾਦੇ ਬਦਲ ਗਏ। ਇਰਾਦਾ ਜੋ ਦਾ ਪਹਿਲਾਂ ਹੀ ਬਦਲਿਆ ਸੀ, ਕੇਵਲ ਉੱਪਰੋਂ ਕਰਦਾ ਸੀ ਵੀ ਮੈਨੂੰ ਰਾਜ ਨਹੀਂ ਚਾਹੀਦਾ। ਦਿੱਲੀ ਦੇ ਵਿੱਚ ਆਉਂਦਿਆਂ ਪਹਿਲਾਂ ਉਸ ਭਰਾ ਨੂੰ ਕਤਲ ਕਰਵਾਇਆ ਜਿਹਨੂੰ ਕਿਹਾ ਸੀ ਵੀ ਰਾਜ ਭਾਗ ਮੈਂ ਤੈਨੂੰ ਦੇਣਾ ਹੈ, ਮੈਨੂੰ ਤੇ ਰਾਜ ਦੀ ਲੋੜ ਨਹੀਂ ਹੈ, ਮੈਂ ਤੇ ਮੱਕੇ ਸ਼ਰੀਫ ਚਲੇ ਜਾਣਾ। ਜਿਹਨੂੰ ਬੁਲਾਇਆ ਸੀ ਨਾਲ ਧੋਖਾ ਦੇ ਕੇ ਪਹਿਲਾਂ ਉਹਦਾ ਕਤਲ ਕਰਵਾਇਆ, ਫਿਰ ਆਪਣੇ ਬਾਪ ਨੂੰ ਕੈਦ ਕਰਵਾਇਆ। ਕਿਉਂਕਿ ਸ਼ਾਹਜਹਾਨ ਬਾਦਸ਼ਾਹ ਦਾਰਾ ਸ਼ਕੋਹ ਦਾ ਹਮਾਇਤ ਕਰਦਾ ਤੇ ਦਾਰਾ ਸ਼ਕੋਹ ਨੂੰ ਕਤਲ ਕਰਵਾਇਆ। ਅੱਖਾਂ ਦੇ ਵਿੱਚ ਸਲਾਈਆਂ ਫੇਰਨੀਆਂ, ਲੋਹੇ ਦੀਆਂ ਸਲਾਈਆਂ ਅੱਗ ਵਿੱਚ ਤਪੀਆਂ ਕਰਕੇ ਪਹਿਲਾਂ ਤੇ ਆਪਣੇ ਭਰਾ ਦੀਆਂ ਅੱਖਾਂ ਵਿੱਚੋਂ ਸਲਾਈਆਂ ਕਰਵਾਈਆਂ, ਅੰਨਾ ਕੀਤਾ। ਤੇ ਜਦੋਂ ਅੰਨਾ ਹੋ ਗਿਆ ਫਿਰ ਹਾਥੀ ਦੇ ਅੱਗੇ ਸੁੱਟ ਕੇ ਮਹਾਬਤ ਨੂੰ ਕਿਹਾ ਵੀ ਹਾਥੀ ਦਾ ਪੈਰ ਇਹਦੇ ਸਿਰ ਦੇ ਉੱਪਰ ਰੱਖ ਕੇ ਹਾਥੀ ਦੇ ਥੱਲੇ ਦੇ ਕੇ ਇਹਨੂੰ ਮਾਰ ਦੇ। ਇਸ ਤਰ੍ਹਾਂ ਔਰੰਗਜ਼ੇਬ ਨੇ ਆਪਣੇ 3 ਭਰਾ ਕਤਲ ਕੀਤੇ। ਇੱਕ ਨੂੰ ਸ਼ਰਾਬ ਪਿਲਾ ਕੇ ਤੇ ਸਿਪਾਹੀਆਂ ਕੋਲੋਂ ਕਤਲ ਕਰਵਾਇਆ। ਇੱਕ ਨੂੰ ਆਖਿਆ ਵੀ ਰਾਜ ਭਾਗ ਮੈਂ ਤੈਨੂੰ ਦਿਵਾਉਣਾ ਚਾਹੁੰਦਾ, ਮੈਂ ਤੇ ਮੱਕੇ ਜਾਣਾ। ਰਾਜ ਜਿੱਤਣ ਤੋਂ ਮਗਰੋਂ ਉਹਨੂੰ ਵੀ ਕਤਲ ਕਰਵਾ ਦਿੱਤਾ। ਤੀਜੇ ਭਰਾ ਨੂੰ ਹਾਥੀ ਦੀਆਂ ਪੈਰਾਂ ਥੱਲੇ ਕੁਚਲ ਕੇ ਅੰਨ੍ਹਿਆ ਕਰਕੇ ਉਹਨੂੰ ਵੀ ਮਰਵਾਇਆ। ਆਪਣੇ ਬਾਪ ਨੂੰ ਕੈਦ ਕਰ ਲਿਆ। ਸਿਪਾਹੀਆਂ ਨੂੰ ਹੁਕਮ ਦਿੱਤਾ ਵੀ ਮੇਰੇ ਬਾਪ ਨੂੰ ਚੰਗੀ ਰੋਟੀ ਨਹੀਂ ਦੇਣੀ, ਚੰਗਾ ਪਾਣੀ ਨਹੀਂ ਦੇਣਾ। ਜੇ ਇਹ ਪਾਣੀ ਮੰਗੇ ਮਿੱਟੀ ਵਾਲਾ ਪਾਣੀ ਦੇਣਾ, ਜੇ ਰੋਟੀ ਮੰਗੇ ਤੇ ਰੇਤਾ ਵਿੱਚ ਪਾ ਕੇ ਕੰਕਰ ਪਾ ਕੇ ਉਹ ਰੋਟੀ ਦੇਣੀ ਹੈ ਵੀ ਖਾਣੀ ਚਾਹੇ ਤੇ ਖਾ ਨਾ ਸਕੇ। ਕੁਝ ਸਮਾਂ ਸ਼ਾਹਜਹਾਨ ਬਾਦਸ਼ਾਹ ਦਿੱਲੀ ਵਿੱਚ ਕੈਦ ਰਿਹਾ। ਜਦੋਂ ਦਿੱਲੀ ਵਿੱਚ ਰੌਲਾ ਪੈਣ ਲੱਗ ਪਿਆ, ਫਿਰ ਆਪਣੇ ਸਿਪਾਹੀਆਂ ਦੇ ਹੁਕਮ ਦੇ ਨਾਲ ਇਹਨੇ ਆਖਿਆ ਵੀ ਅਸੀਂ ਨੂੰ ਦਿੱਲੀ ਤੋਂ ਲਾਹੌਰ ਲੈ ਜਾਓ, ਉੱਥੇ ਕੈਦ ਕਰ ਦਿਓ। ਫਿਰ ਇਸ ਬਾਦਸ਼ਾਹ ਨੂੰ ਹਾਥੀ ਦੇ ਉੱਪਰ ਬੰਨ੍ਹ ਕੇ ਦਿੱਲੀ ਤੋਂ ਲਾਹੌਰ ਲਿਆਂਦਾ ਗਿਆ। ਜਦੋਂ ਪੰਜਾਬ ਦੀ ਧਰਤੀ ਤੇ ਆਇਆ, ਭੁੱਖ ਬਹੁਤ ਜ਼ਿਆਦਾ ਲੱਗੀ ਹੈ, ਪਰ ਬਾਦਸ਼ਾਹ ਦਾ ਹੁਕਮ ਹੈ ਵੀ ਖਾਣਾ ਪੀਣਾ ਕੁਝ ਨਹੀਂ ਹੈ, ਦੇਣਾ ਕੁਝ ਨਹੀਂ ਹੈ। ਇਸ ਬਾਦਸ਼ਾਹ ਨੇ ਫਿਰ ਛੋਲਿਆਂ ਦਾ ਖੇਤ ਵੇਖ ਕੇ, ਛੋਲੇ ਕਿਸੇ ਕਿਸਾਨ ਨੇ ਬੀਜੇ ਸਨ, ਉਹ ਖੇਤ ਵੇਖ ਕੇ ਮਨ ਵਿੱਚ ਵਿਚਾਰ ਆਈ ਵੀ ਮੈਂ ਹਰੇ ਛੋਲੇ ਹੀ ਕੁਝ ਖਾ ਲਵਾਂ, ਕੁਝ ਭੁੱਖ ਦੂਰ ਹੋ ਜਾਏਗੀ। ਫਿਰ ਸ਼ਾਹਜਹਾਨ ਬਾਦਸ਼ਾਹ ਨੇ ਆਖਿਆ ਕਿ ਮੈਨੂੰ ਮੇਰਾ ਪੇਟ ਖਰਾਬ ਹੋ ਗਿਆ ਤੇ ਮੈਨੂੰ ਕੁਝ ਸਮੇਂ ਵਾਸਤੇ ਆ ਖੇਤਾਂ ਵਿੱਚ ਖੋਲਿਆ ਜਾਵੇ, ਮੈਂ ਆਪਣਾ ਪੇਟ ਸਾਫ਼ ਕਰ ਲਵਾਂ। ਉਸ ਵੇਲੇ ਸਿਪਾਹੀਆਂ ਨੇ ਆਖਿਆ ਵੀ ਤੈਨੂੰ ਅਸੀਂ ਪਿੰਜਰੇ ਵਿੱਚੋਂ ਤੇ ਬਾਹਰ ਕੱਢ ਦਿਆਂਗੇ, ਜਿਹੜੇ ਪਿੰਜਰੇ ਵਿੱਚ ਨੂੰ ਕੈਦ ਕੀਤਾ ਹਾਥੀ ਨੇ ਬਿਠਾਇਆ, ਪਰ ਤੇਰੇ ਅਸੀਂ ਹੱਥ ਨਹੀਂ ਖੋਲ ਸਕਦੇ, ਸਾਨੂੰ ਹੁਕਮ ਨਹੀਂ ਹੈ। ਜਦੋਂ ਪਿੰਜਰੇ ਵਿੱਚੋਂ ਬਾਹਰ ਕੱਢਿਆ ਤੇ ਫਿਰ ਉਸ ਵੇਲੇ ਛੋਲਿਆਂ ਦੇ ਖੇਤ ਵਿੱਚ ਜਾ ਕੇ ਛੋਲੇ ਖਾਂਦਾ, ਹੱਥ ਬੱਧੇ ਹੋਏ, ਜਿਵੇਂ ਬੱਕਰੀ ਖਾਂਦੀ ਹੈ ਨਾ ਫਲੀਆਂ ਮੂੰਹ ਦੇ ਨਾਲ। ਕਹਿਣ ਲੱਗੇ ਉਹ ਛੋਲੇ ਦੀਆਂ ਡੱਡੀਆਂ ਮੂੰਹ 'ਚ ਪਾਉਂਦਾ ਹੈ, ਉਹ ਮੂੰਹ ਵਿੱਚ ਪੈਂਦੀਆਂ ਨਹੀਂ, ਮੂੰਹ ਤੋਂ ਨਿਕਲਦੀਆਂ ਨੇ, ਨਾਲੇ ਰੋਂਦਾ, ਅੱਖਾਂ 'ਚੋਂ ਪਾਣੀ ਵਗਦਾ, ਨਾਲੇ ਉਹ ਹਰੇ ਛੋਲੇ ਖਾਂਦਾ ਹੈ। ਅਦਰ ਉਪੱਠੀ ਜੇ ਕਰੈ ਸੁਲਤਾਨਾ
ਕਾਹੋ ਕਰਨ ਕਾਹੋ ਕਰਾਇੰਦਾ ਮਹਾਰਾਜ ਦਾ ਭਜਨ ਹੈ। ਗੁਰੂ ਕਿਆ ਸਿੱਖਾ ਪਰਮੇਸ਼ਰ ਦੀ ਨਜ਼ਰ ਕਿਤੇ ਉਲਟੀ ਨਾ ਹੋ ਜਾਵੇ। ਜੇ ਉਲਟੀ ਹੋ ਗਈ ਵੱਡੇ ਵੱਡੇ ਬਾਦਸ਼ਾਹਾਂ ਨੂੰ ਘਾਹ ਖਾਣ ਤੇ ਮਜਬੂਰ ਕਰ ਦਿੰਦਾ। ਇਹ ਵਚਨ ਸ਼ਾਹਜਹਾਨ ਦੇ ਉੱਪਰ ਬਿਲਕੁਲ ਢੁਕਦਾ ਹੈ। ਹਰੀ ਫਸਲ ਨੂੰ ਪਸ਼ੂਆਂ ਦੇ ਮਾਣ ਵਿੱਚ ਕਰਦਾ। ਲਾਹੌਰ ਵਿੱਚ ਗਿਆ, ਉੱਥੇ ਵੀ ਭੁੱਖਾ ਪਿਆਸਾ ਰੱਖ ਕੇ ਮਰ ਗਿਆ, ਖਤਮ ਹੋ ਗਿਆ। ਇਸ ਤਰ੍ਹਾਂ ਦਾ ਇੱਕ ਪ੍ਰਸੰਗ ਵਾਪਰਿਆ। ਕਹਿਣ ਲੱਗੇ ਵੀ ਇਹ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ, ਇਹਨੇ 3 ਭਰਾ ਤੇ ਚੌਥਾ ਆਪਣਾ ਬਾਪ ਕਤਲ ਕੀਤੇ ਤੇ ਦੁਨੀਆ ਵਿੱਚ ਇਹ ਰੌਲਾ ਪਾਇਆ ਵੀ ਇਹ ਮੀਰ ਸ਼ਾਹ ਨਾਮ ਦਾ ਜਿਹੜਾ ਫਕੀਰ ਹੈ, ਮੈਂ ਤੇ ਉਹਦਾ ਸੇਵਾਦਾਰ ਹਾਂ। ਇਸ ਤਰ੍ਹਾਂ ਦੁਨੀਆ ਨੂੰ ਸੇਵਾਦਾਰ ਬਣ ਕੇ ਵਿਖਾਉਂਦਾ ਹੈ। ਸਾਧਨ ਵਸਤ ਹੀ ਕੋ ਜਾਣੀ। ਪਰ ਕਹਿਣ ਲੱਗੇ ਵੀ ਔਰੰਗਜ਼ੇਬ ਬਾਦਸ਼ਾਹ ਇੰਨਾ ਕੁ ਗਿਆਨੀ ਸੀ ਵੀ ਇੰਨੀ ਇਹਨੂੰ ਸਮਝ ਪੈ ਗਈ ਸੀ ਵੀ ਸਾਧਨਾ ਕਿਵੇਂ ਕਰਨੀ ਹੈ, ਰੱਬ ਦਾ ਨਾਮ ਕਿਵੇਂ ਲੈਣਾ ਹੈ, ਰੱਬ ਨੂੰ ਪ੍ਰਾਪਤ, ਖੁਦਾ ਨੂੰ ਪ੍ਰਾਪਤ ਕਿਵੇਂ ਕਰਨਾ, ਇੰਨਾ ਉਹ ਗਿਆਨ ਰੱਖਦਾ ਸੀ। ਕਿਉਂਕਿ ਬਚਪਨ ਦੇ ਵਿੱਚ ਉਹ ਸਾਧੂਆਂ ਤੇ ਫਕੀਰਾਂ ਦੀ ਸੰਗਤ ਵਿੱਚ ਰਿਹਾ ਤੇ ਫਕੀਰਾਂ ਦੇ ਸੰਗਤ ਵਿੱਚ ਉਹ ਇੰਨਾ ਕੁ ਗਿਆਨ ਹੋ ਗਿਆ ਕਿ ਰੱਬ ਨੂੰ ਕਰਨਾ ਕਿਵੇਂ ਹੈ। ਇਹ ਗੱਲ ਜਾਣਦਿਆਂ ਹੋਇਆ ਵੀ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਿਆ। ਰਾਜ ਦੀ ਤ੍ਰਿਸ਼ਨਾ ਨੇ ਇੰਨਾ ਪਾਪੀ ਬਣਾ ਦਿੱਤਾ ਕਿ ਆਪਣੇ ਭਰਾਵਾਂ ਨੂੰ ਤੇ ਆਪਣੇ ਬਾਪ ਨੂੰ ਕਤਲ ਕੀਤਾ ਹੈ। ਆਉ ਨਾ ਛੁਪੀ ਬਾਤ ਪੁਰਾਣੀ। ਪਰ ਉਹ ਜਿਹੜੀ ਪੁਰਾਣੀ ਗੱਲ ਸੀ ਨਾ ਤ੍ਰਿਸ਼ਨਾ ਮਨ ਦੇ ਵਿੱਚ ਵੀ ਮੈਂ ਹਿੰਦੁਸਤਾਨ ਦਾ ਰਾਜਾ, ਉਹ ਤ੍ਰਿਸ਼ਨਾ ਵਾਲੀ ਗੱਲ ਮਨ ਵਿੱਚੋਂ ਖਤਮ ਨਹੀਂ ਹੋਈ ਹੈ। ਮਗ ਖੁਦਾਏ ਕੋ ਲੱਖ ਕਰ ਭੁਲਾ। ਖੁਦਾ ਦਾ ਰਾਹ ਜਾਣਦਾ ਹੈ ਔਰੰਗਜ਼ੇਬ। ਔਰੰਗਜ਼ੇਬ ਦੇ ਕੋਲ ਇੰਨੀ ਸ਼ਕਤੀ ਸੀ ਗੁਰਮੁਖੋ ਕਿ ਆਪਣਾ ਸਰੀਰ ਆਪਣੇ ਮਹਿਲਾਂ ਵਿੱਚ ਛੱਡ ਕੇ ਆਪਣੀ ਆਤਮਾ ਸਰੀਰ ਤੋਂ ਬਾਹਰ ਕੱਢ ਕੇ ਇਕੱਲੀ ਆਪਣੀ ਆਤਮਾ ਜਿਹੜੀ ਸੀ ਉਹ ਮੱਕੇ ਲੈ ਜਾਂਦਾ ਸੀ, ਮੱਕੇ ਦੇ ਦਰਸ਼ਨ ਕਰਕੇ ਆਉਂਦਾ ਸੀ। ਸਰੀਰ ਦਿੱਲੀ ਵਿੱਚ ਪਿਆ ਹੋਇਆ ਪਰ ਆਪਣੀ ਆਤਮਾ ਨੂੰ ਸਰੀਰ ਤੋਂ ਵੱਖਰਾ ਕਰਕੇ ਇੰਨਾ ਕਰਾਮਾਤੀ ਸੀ ਜਾਂ ਇੰਨੀ ਇਸਨੇ ਸਿੱਧੀ ਹਾਸਲ ਕਰ ਲਈ ਸੀ ਵੀ ਸਰੀਰ ਤੋਂ ਵੱਖਰਾ ਹੋ ਜਾਂਦਾ ਸੀ। ਆਪਾਂ ਵਚਨ ਪੜ੍ਹਦੇ ਹਾਂ ਨਾ 9 ਰਿਧੀਆਂ ਤੇ 18 ਸਿੱਧੀਆਂ। ਇਹ ਰਿਧੀਆਂ ਸਿੱਧੀਆਂ ਦੇ ਵਿੱਚ ਇਹ ਤਾਕਤ ਹੁੰਦੀ ਹੈ ਕਿ ਮਨੁੱਖ ਆਪਣੇ ਸਰੀਰ ਤੋਂ ਵੱਖਰਾ ਹੋ ਜਾਂਦਾ। ਇਹਨੇ ਆਪਣਾ ਸਰੀਰ ਛੱਡ ਦੇਣਾ ਤੇ ਆਪ ਇਹਨੇ ਮੱਕੇ ਦੇ ਦਰਸ਼ਨ ਕਰਕੇ ਆਉਣੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮਾ ਭੇਜਿਆ ਉਸ ਵੇਲੇ ਵੀ ਔਰੰਗਜ਼ੇਬ ਨੂੰ ਜਿਹੜਾ ਹੈ ਆਪਣਾ ਸਰੀਰ ਛੱਡ ਕੇ ਤੇ ਆਪ ਮੱਕੇ ਗਿਆ ਹੋਇਆ ਸੀ ਤੇ ਸਤਿਗੁਰਾਂ ਨੇ ਫਿਰ ਉਸੇ ਇਸ ਨੂੰ ਡਰਾਇਆ ਸੀ ਤੇ ਤਾਂ ਇਹਨੇ ਜ਼ਫਰਨਾਮਾ ਅੜਿਆ ਸੀ। ਤਾਂ ਔਰੰਗਜ਼ੇਬ ਦੇ ਮਹਿਲਾਂ ਵਿੱਚ ਜਾਣ ਦਾ ਸਿੱਖਾਂ ਨੂੰ ਹੁਕਮ ਕੋਈ ਨਹੀਂ ਸੀ। ਉਹ ਲੰਮਾ ਪ੍ਰਸੰਗ ਹੈ, ਆਪਾਂ ਫਿਰ ਕਿਤੇ ਸਰਵਣ ਕਰਾਂਗੇ। ਕਹਿਣ ਤੋਂ ਭਾਵ ਇਹ ਆ ਵੀ ਇਹ ਖੁਦਾ ਦਾ ਰਸਤਾ ਜਾਣਦਾ ਸੀ, ਰਿਧੀਆਂ ਸਿੱਧੀਆਂ ਦੇ ਕੋਲ ਸਨ, ਇੰਨੀ ਕੁ ਕਰਾਮਾਤ ਰੱਖਦਾ ਸੀ ਕਿ ਸਰੀਰ ਤੋਂ ਵੱਖਰਾ ਹੋ ਕੇ ਕਿਤੇ ਮਰਜ਼ੀ ਜਾ ਕੇ ਤੇ ਫਿਰ ਆ ਜਾਂਦਾ। ਇੰਨਾ ਕੁਝ ਜਾਣਨ ਦੇ ਬਾਵਜੂਦ ਵੀ ਰੱਬ ਦੇ ਰਾਹ ਨੂੰ ਭੁੱਲ ਗਿਆ ਕਿਉਂਕਿ ਪ੍ਰਮਾਤਮਾ ਦੀ ਮੌਜ ਹੈ। ਐਸੀ ਮੌਜ ਇਹਦੇ ਨਾਲ ਵਾਪਰੀ ਹੈ। ਲਾਲਚ ਲਗੇ ਰਾਜ ਮਦ ਫੁਲਾ। ਕਹਿਣ ਲੱਗੇ ਲਾਲਚ ਵਿੱਚ ਇੰਨਾ ਪੈ ਗਿਆ ਕਿ ਰਾਜ ਭਾਗ ਦਾ ਨਸ਼ਾ ਹੀ ਹੋ ਗਿਆ ਤੇ ਨਸ਼ੇ ਵਿੱਚ ਫਿਰ ਪਤਾ ਨਹੀਂ ਲੱਗਾ। ਰਾਜ ਦਾ ਵੀ ਨਸ਼ਾ ਹੁੰਦਾ, ਉਹਨੂੰ ਕੁਰਸੀ ਦਾ, ਕੋਈ ਬੰਦਾ ਕੁਰਸੀ ਤੇ ਬਹਿ ਜਾਂਦਾ ਉਹਨੂੰ ਫਿਰ ਇਹੋ ਜਿਹਾ ਨਸ਼ਾ ਚੜ ਜਾਂਦਾ ਵੀ ਉਹਨੂੰ ਚੰਗੇ ਮਾੜੇ ਦੀ ਸਮਝ ਨਹੀਂ ਰਹਿੰਦੀ, ਪਾਪ ਉਲਟਾ ਪਤਾ ਨਹੀਂ ਰਹਿੰਦਾ। ਔਰੰਗਜ਼ੇਬ ਤਖਤ ਤੇ ਬੈਠਾ, ਇੰਨਾ ਇਸ ਨੂੰ ਮਾਣ ਹੋ ਗਿਆ ਰਾਜ ਦਾ ਵੀ ਭੁੱਲ ਗਿਆ ਸਾਰਾ ਕੁਝ ਵੀ ਕੀ ਕਰਦਾ ਹਾਂ। ਭਾਈ ਮਾਰਾ ਰਾਜ ਨਸ਼ੋਰ। ਆਪਣੇ ਭਰਾ ਨੂੰ ਇਸਨੇ ਸਾਰਿਆਂ ਤੋਂ ਪਹਿਲਾਂ ਮਾਰਿਆ ਹੈ। ਭਰਾ ਨੂੰ ਮਾਰ ਕੇ ਉਸ ਨੂੰ ਖਤਮ ਕੀਤਾ। ਇਹਦੇ ਭਰਾ ਦਾ ਨਾਮ ਸੀ ਮੁਰਾਦ ਸ਼ਾਹ। ਉਹ ਮੁਰਾਦ ਸ਼ਾਹ ਭਰਾ ਨੂੰ ਇਹਨੇ ਮਰਵਾਇਆ ਜਿਹੜੀ ਸਾਖੀ ਆਪਾਂ ਹੁਣੇ ਸਰਵਣ ਕੀਤੀ ਹੈ ਵੀ ਚੱਲ ਤੈਨੂੰ ਮੈਂ ਦਿੱਲੀ ਦਾ ਰਾਜ ਦਿਵਾਵਾਂ, ਮੈਂ ਤੇ ਫਕੀਰ ਬਣਨਾ। ਉਸ ਮੁਰਾਦ ਸ਼ਾਹ ਭਰਾ ਨੂੰ ਇਸਨੇ ਫਿਰ ਮਰਵਾਇਆ ਹੈ। ਦਾਰਾ ਕਾਟ ਸ਼ਤਰ ਪਦ ਤੂਰਾ। ਆਪਣੇ ਭਰਾ ਦਾਰਾ ਸ਼ਕੋਰ ਨੂੰ ਪਕੜ ਕੇ ਉਹਦੀਆਂ ਅੱਖਾਂ ਵਿੱਚ ਸਲਾਈਆਂ ਫੇਰ ਕੇ ਅੰਨ੍ਹਿਆ ਕਰਕੇ ਹਾਥੀ ਦੇ ਪੈਰਾਂ ਥੱਲੇ ਕੁਚਲ ਕੇ ਉਸ ਨੂੰ ਮਾਰਿਆ। ਇਸ ਤਰ੍ਹਾਂ ਫਿਰ ਰਾਜ ਭਾਗ ਦਾ ਮਾਲਕ ਬਣੇਗਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ। ਆਦ ਭਰ ਰਾਜ ਕਰਤ ਇੱਕ ਸ਼ਾਹੂ। ਕਹਿਣ ਲੱਗੇ ਵੀ ਇਹ ਹੰਕਾਰ ਦਾ ਭਰਿਆ ਹੋਇਆ ਇਹ ਜਿਹੜਾ ਰਾਜਾ ਹੈ ਇਸਨੇ ਰਾਜ ਪ੍ਰਾਪਤ ਕੀਤਾ ਹੈ। ਇਸ ਤਰ੍ਹਾਂ ਦਾ ਰਾਜ ਇਸਦਾ ਹੋਵੇਗਾ। ਹਮ ਸੋ ਵੈਰ ਬਦੈ ਸਹਿਜਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਸਾਡੇ ਨਾਲ ਵੀ ਵੈਰ ਕਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਸੰਗਤ ਨੂੰ ਦੱਸਦੇ ਪਏ। ਕਹਿਣ ਲੱਗੇ ਗੁਰੂ ਖਾਲਸਾ ਜੀ ਅਜੇ ਤੱਕ ਤੇ ਸਾਡਾ ਔਰੰਗਜ਼ੇਬ ਨਾਲ ਕੋਈ ਵੈਰ ਨਹੀਂ ਪਿਆ ਕਿਉਂਕਿ ਜਿੰਨੀਆਂ ਵੀ ਲੜਾਈਆਂ ਹੁਣ ਤੱਕ ਹੋਈਆਂ ਜਦੋਂ ਇਹ ਮਹਾਰਾਜ ਇਤਿਹਾਸ ਸੁਣਾਉਂਦੇ ਪਏ ਨਾ ਉਹਨੇ ਜਿਹਨੂੰ ਕਈ ਜੰਗ ਮਹਾਰਾਜ ਦੇ ਹੋ ਗਏ ਸਨ
ਪਰ ਇਹ ਸਾਰੇ ਜੰਗ ਹਿੰਦੂ ਰਾਜਿਆਂ ਨਾਲ ਹੋਏ ਸਨ। ਅਜੇ ਔਰੰਗਜ਼ੇਬ ਦੇ ਨਾਲ ਕੋਈ ਜੰਗ ਨਹੀਂ ਹੋਇਆ। ਮਹਾਰਾਜ ਕਹਿੰਦੇ ਸਮਾਂ ਆਵੇਗਾ ਔਰੰਗਜ਼ੇਬ ਨਾਲ ਸਾਡਾ ਵੈਰ ਪੈਣਾ ਹੈ। ਜ਼ੋਰ ਤੇ ਜਗਤ ਅਨੀਤ, ਕਿਉਂਕਿ ਇਹ ਆਪਣੀ ਤਾਕਤ ਦੇ ਨਾਲ, ਆਪਣੇ ਬਲ ਦੇ ਨਾਲ ਦੁਨੀਆ ਵਿੱਚ ਮਾੜਾ ਕਰੇਗਾ, ਅਨੀਤੀ ਕਰੇਗਾ, ਛੋਟੇ ਕਰਮ ਇਸਨੇ ਕਰਨੇ ਹਨ। ਦੀਨ ਵਧਾਵਨ ਮੈਂ ਧਰ ਚੀਤ, ਇਹਦਾ ਮਨ ਵਧੇਗਾ ਕਿ ਮੈਂ ਮੁਸਲਮਾਨ ਧਰਮ ਨੂੰ ਵਧਾਵਾਂ। ਜਿਹੜੇ ਨਾਲ ਰਹਿਣ ਵਾਲੇ 14,000 ਮੁਲਾਣੇ ਜਿਹੜੇ ਸਨ ਉਮਰਾਓ, ਵੱਡੇ ਵੱਡੇ ਗਿਆਤਾ ਗਿਆਨਵਾਨ, ਉਹ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਦੀ ਹਾਜ਼ਰੀ ਭਰਦੇ। ਇੰਨੇ ਵੱਡੇ ਵਿਦਵਾਨ ਇੰਨੀ ਗਿਣਤੀ ਦੇ ਆਪਣੇ ਕੋਲ ਰੱਖਦਾ। ਉਹਨਾਂ ਵਿਦਵਾਨਾਂ ਨੇ ਕਹਿ ਕੇ ਵੀ ਬਾਦਸ਼ਾਹ ਸਲਾਮਤ ਤੁਹਾਡੇ ਕੋਲ ਰਾਜ ਹੈ, ਤੁਸੀਂ ਸਾਰੀ ਦੁਨੀਆ ਮੁਸਲਮਾਨ ਕਰ ਦਿਓ, ਤੁਹਾਡੇ ਤੇ ਖੁਦਾ ਬੜਾ ਖੁਸ਼ ਹੋਵੇਗਾ ਤੇ ਬਾਕੀ ਧਰਮਾਂ ਨੂੰ ਮਿਟਾ ਦਿਓ। ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਆਪਣਾ ਧਰਮ ਵਧਾਉਣ ਵਾਸਤੇ ਇਸਨੇ ਫਿਰ ਉਹਨਾਂ ਕਾਜ਼ੀਆਂ ਦੇ ਮਗਰ ਲੱਗ ਕੇ ਕਤਲੋਗਾਤ ਸ਼ੁਰੂ ਕੀਤੀ ਹੈ। ਮੱਕੇ ਹੇਤ ਬੰਦਗੀ ਜ਼ਾਹਿਰ, ਇਹ ਬਚਨ ਆ ਗਿਆ ਕਿ ਇਹ ਮੱਕੇ ਜਾਂਦਾ ਹੈ ਬੰਦਗੀ ਕਰਨ ਵਾਸਤੇ। ਮੁਸਲਮਾਨ ਤੇ ਕੋਈ ਇੱਕ ਵਾਰੀ ਜਾਂਦਾ ਹੈ ਜ਼ਿੰਦਗੀ ਦੇ ਵਿੱਚ, ਕੋਈ ਦੋ ਵਾਰੀ ਜਾ ਆਉਂਦਾ ਹੈ, ਪਰ ਔਰੰਗਜ਼ੇਬ ਜਦੋਂ ਚਾਹੇ ਜਾ ਸਕਦਾ ਹੈ। ਸਰੀਰ ਦਿੱਲੀ ਵਿੱਚ ਪਿਆ, ਆਤਮਾ ਨੂੰ ਵੱਖਰਾ ਕਰਦਾ ਤੇ ਮੱਕੇ ਦੀ ਯਾਤਰਾ ਤੁਰ ਜਾਂਦਾ ਹੈ। ਇਹ ਵਾਰ-ਵਾਰ ਮੱਕੇ ਕਾਬੇ ਜਾਂਦਾ ਹੈ। ਮੰਗਦਾ ਇਹੋ ਮੋਹਿ ਨੂਰ ਸਲਾਹ ਹੈ, ਅਤੇ ਜਾ ਕੇ ਮੰਗਦਾ ਕੀ ਹੈ ਕਿ ਐ ਖੁਦਾ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਨੂਰ ਦੀ ਸਹੂਲਤ ਕਰਨ ਦੇ। ਭਾਵ ਕਿ ਆਪਣਾ ਨੂਰ ਮੈਨੂੰ ਬਖਸ਼, ਮੈਂ ਸਾਰੇ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਬਣਾ ਦਿਆਂ, ਸਾਰੀ ਦੁਨੀਆ ਮੈਨੂੰ ਤੇਰਾ ਨੂਰ ਜਾਣੇ, ਸਾਰੀ ਦੁਨੀਆ ਮੈਨੂੰ ਤੇਰਾ ਪੈਗੰਬਰ ਜਾਣੇ ਵੀ ਕੋਈ ਪੈਗੰਬਰ ਹੋਇਆ ਔਰੰਗਜ਼ੇਬ ਨਾਮ ਦਾ ਜਿਹਨੇ ਸਾਰੀ ਦੁਨੀਆ ਨੂੰ ਮੁਸਲਮਾਨ ਕੀਤਾ ਜਾਂ ਮੁਸਲਮਾਨਾਂ ਵਿੱਚ ਵਾਧਾ ਕੀਤਾ। ਇਹ ਮੱਕੇ ਜਾਂਦਾ ਹੈ, ਮੱਕੇ ਜਾ ਕੇ ਇਹ ਮੰਗਦਾ ਹੈ ਐ ਖੁਦਾ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣਾ ਨੂਰ ਬਖਸ਼ਿਸ਼ ਕਰ, ਆਪਣੀ ਤਾਕਤ ਦੇ ਕਿ ਮੈਂ ਸਾਰੀ ਦੁਨੀਆ ਨੂੰ ਮੁਸਲਮਾਨ ਕਰ ਲਵਾਂ। ਇਹ ਜਾ ਕੇ ਮੰਗਦਾ ਹੈ। ਕੋਈ ਆਵਾਜ਼ ਰਾਤ ਕੋ ਤਾਹੀਂ, ਕਹਿਣ ਲੱਗੇ ਜਦੋਂ ਇਹ ਮੱਕੇ ਗਿਆ ਨਾ, ਇਹ ਦਾਤ ਲੈਣ ਵਾਸਤੇ, ਮੰਗਣ ਵਾਸਤੇ ਵੀ ਖੁਦਾ ਮੈਨੂੰ ਤਾਕਤ ਦੇ, ਮੈਂ ਸਾਰਿਆਂ ਨੂੰ ਮੁਸਲਮਾਨ ਬਣਾਵਾਂ। ਕਹਿਣ ਲੱਗੇ ਜਦੋਂ ਇਹਨੇ ਫਰਿਆਦ ਕੀਤੀ ਨਾ, ਦੁਆ ਕੀਤੀ, ਤੇ ਰਾਤ ਨੂੰ ਔਰੰਗਜ਼ੇਬ ਨੂੰ ਸੁੱਤਿਆਂ ਫਿਰ ਇੱਕ ਆਵਾਜ਼ ਆਈ ਕੰਨਾਂ ਦੇ ਵਿੱਚ। ਕਿਤੇ ਸੁੱਤਾ ਸੀ ਆਪਣੇ ਮਹਿਲ ਦੇ ਵਿੱਚ ਆ ਕੇ, ਤੇ ਸੁੱਤਿਆਂ ਇਹਨੂੰ ਇੱਕ ਆਵਾਜ਼ ਸੁਣਾਈ ਦਿੱਤੀ ਹੈ। ਉਸ ਆਵਾਜ਼ ਦੇ ਵਿੱਚ ਇਸ ਨੂੰ ਇਹ ਸੁਨੇਹਾ ਮਿਲਿਆ ਹੈ, ਸਭ ਪਰ ਭਲੀ ਗੁਰੂ ਪਰ ਨਾਹੀ। ਉਸ ਆਵਾਜ਼ ਨੇ ਇਹ ਗੱਲ ਕਹੀ ਵੀ ਔਰੰਗਜ਼ੇਬ ਬਾਦਸ਼ਾਹ, ਤੇਰੀ ਤਾਕਤ ਅੱਗੇ ਕੋਈ ਨਹੀਂ ਟਿਕੇਗਾ, ਤੇਰੀ ਤਾਕਤ ਅੱਗੇ ਕੋਈ ਖੜ ਨਹੀਂ ਸਕੇਗਾ, ਜਿੱਧਰ ਨੂੰ ਮੂੰਹ ਕਰੇਗਾ ਤੇਰੀ ਫਤਿਹ ਹੋਵੇਗੀ। ਤੈਨੂੰ ਇੰਨੀ ਤਾਕਤ, ਇੰਨਾ ਨੂਰ ਮਿਲਿਆ ਹੈ, ਇੰਨੀ ਬਖਸ਼ਿਸ਼ ਮਿਲੀ ਹੈ, ਤੇਰੇ ਅੱਗੇ ਕੋਈ ਰਾਜਾ ਰਜਵਾੜਾ, ਕੋਈ ਫੌਜ, ਕੋਈ ਵਿਅਕਤੀ ਟਿਕ ਨਹੀਂ ਸਕੇਗਾ, ਤੇਰਾ ਬਾਲ ਹੋਵੇਗਾ ਸਾਰਿਆਂ ਦੇ ਉੱਪਰ। ਪਰ ਨਾਲ ਹੀ ਇਹ ਵਚਨ ਹੋਇਆ ਵੀ ਤੇਰਾ ਗੁਰੂ ਤੇ ਵਸ ਨਹੀਂ ਚੱਲੇਗਾ। ਇਹ ਵੀ ਵਚਨ ਰਾਤ ਨੂੰ ਜਦੋਂ ਇਹਨੂੰ ਆਵਾਜ਼ ਪਈ ਨਾ ਕੰਨਾਂ ਦੇ ਵਿੱਚ ਖੁਦਾ ਦੇ ਵੱਲੋਂ, ਆਵਾਜ਼ ਵਿੱਚ ਇਹ ਗੱਲ ਸੁਣਾਈ ਦਿੱਤੀ ਕਿ ਤੇਰੀ ਤਾਕਤ ਬਹੁਤ ਹੋਵੇਗੀ, ਤੇਰੇ ਅੱਗੇ ਕੋਈ ਖੜ ਨਹੀਂ ਸਕੇਗਾ, ਅੜੇਗਾ ਨਹੀਂ। ਪਰ ਇੱਕ ਵਚਨ ਚੇਤੇ ਰੱਖੀ, ਤੇਰਾ ਜ਼ੋਰ ਗੁਰੂ ਘਰ ਦੇ ਅੱਗੇ ਨਹੀਂ ਚੱਲੇਗਾ। ਇਹ ਆਵਾਜ਼ ਇਸ ਨੂੰ ਸੁਣਾਈ ਦਿੱਤੀ ਹੈ। ਸੁਪਨੇ ਮੈਂ ਸੁਣ ਕਰ ਪੂਰਾ, ਕਹਿਣ ਲੱਗੇ ਵੀ ਜਦੋਂ ਇਹਨੇ ਆਵਾਜ਼ ਸੁਣੀ ਨਾ ਕੰਨਾਂ ਦੇ ਵਿੱਚ, ਤੇ ਝੂਠਾ ਬਾਦਸ਼ਾਹ ਬੜਾ ਹੰਕਾਰੀ ਹੋ ਗਿਆ। ਕਹਿਣ ਲੱਗਾ ਲੈ, ਜੇ ਸਾਰੀ ਦੁਨੀਆ ਮੇਰਾ ਹੁਕਮ ਮੰਨੇਗੀ ਤੇ ਗੁਰੂ ਕਿਉਂ ਨਹੀਂ ਮੰਨੇਗਾ? ਜੇ ਸਾਰੀ ਦੁਨੀਆ ਤੇ ਮੇਰਾ ਰਾਜ ਸਿੱਕਾ ਚੱਲੇਗਾ ਤੇ ਗੁਰੂ ਦੇ ਕਿਉਂ ਨਹੀਂ ਚੱਲੇਗਾ? ਮੈਂ ਤੇ ਚਲਾਵਾਂਗਾ। ਇਹ ਪੂਰਾ ਬਾਦਸ਼ਾਹ ਸਗੋਂ ਹੋਰ ਪਾਸੇ ਤੁਰ ਪਿਆ। ਹਿੰਦੂ ਧਰਮ ਕਰਨ ਲੱਗ ਦੂਰ, ਤੇ ਇਸ ਨੇ ਫਿਰ ਹਿੰਦੂ ਧਰਮ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਫੌਜ ਦੇ ਸਿਪਾਹੀਆਂ ਨੂੰ ਹੁਕਮ ਦਿੱਤਾ, ਜਿਹੜਾ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਵੇ। ਇਹਨੇ ਕੁਝ ਐਲਾਨ ਕੀਤੇ ਸਰਕਾਰੀ ਤੌਰ ਤੇ, ਜਿਹੜਾ ਹਿੰਦੂ ਆਪਣੇ ਆਪ ਮੁਸਲਮਾਨ ਬਣੇ, ਜੇ ਉਹਦੇ ਤੋਂ ਕੋਈ ਮੁਕੱਦਮਾ ਪਹਿਲਾਂ ਚੱਲਦਾ ਪਿਆ, ਉਹਦਾ ਮੁਕੱਦਮਾ ਨੂੰ ਮਾਫ ਕੀਤਾ ਜਾਵੇ, ਉਹਨੂੰ ਕਿਸੇ ਤਰ੍ਹਾਂ ਦੀ ਸਜ਼ਾ ਨਾ ਦਿੱਤੀ ਜਾਵੇ, ਸਰਕਾਰੀ ਛੂਟ ਦਿੱਤੀ ਜਾਵੇ। ਜੇ ਕੋਈ ਹਿੰਦੂ ਆਪਣੇ ਆਪ ਮੁਸਲਮਾਨ ਬਣਨਾ ਚਾਹੁੰਦਾ, ਸਰਕਾਰੀ ਜਿੰਨੀਆਂ ਸਹੂਲਤਾਂ ਨੇ ਉਹਨੂੰ ਫ੍ਰੀ ਦਿੱਤੀਆਂ ਜਾਣ। ਮੁਸਲਮਾਨ ਕਰ ਲਵੋ, ਸਰਕਾਰੀ ਸਹੂਲਤਾਂ ਫ੍ਰੀ ਦੇ ਦਿਓ, ਕੋਈ ਪੈਸਾ ਨਾ ਲਿਆ ਜਾਵੇ। ਇਸ ਤਰ੍ਹਾਂ ਦੇ ਇਸਨੇ ਕੁਝ ਵਚਨ ਉਸ ਵੇਲੇ ਕਹੇ। ਪਰ ਜਿਹੜਾ ਹਿੰਦੂ ਮੁਸਲਮਾਨ ਨਹੀਂ ਬਣਦਾ,
ਉਹਦੇ ਉੱਪਰ ਮੁਕੱਦਮੇ ਪਾਏ ਜਾਣ, ਉਹਦੀ ਜ਼ਮੀਨ ਜਿਹੜੀ ਹੈ ਜ਼ਬਤ ਕਰ ਲਈ ਜਾਵੇ, ਉਹਦੇ ਘਰ ਤੇ ਕਬਜ਼ਾ ਕਰ ਲਿਆ ਜਾਵੇ, ਉਹਨੂੰ ਦੁਖੀ ਕੀਤਾ ਜਾਵੇ, ਉਹਦੀਆਂ ਬਹੁ ਬੇਟੀਆਂ ਚੁੱਕ ਲਈਆਂ ਜਾਣ, ਉਹਦੀ ਨੌਕਰੀ ਜੇ ਕਰਦਾ ਕਿ ਨੌਕਰੀ ਖੋਹ ਲਈ ਜਾਵੇ। ਪਰ ਜੇ ਇਹ ਸਾਰਾ ਕੁਝ ਕਰਨ ਤੋਂ ਵੀ ਨਹੀਂ ਮੰਨਿਆ ਤੇ ਫਿਰ ਉਸ ਨੂੰ ਕਤਲ ਕਰ ਦਿੱਤਾ ਜਾਵੇ। ਇਹ ਔਰੰਗਜ਼ੇਬ ਦੇ ਹੁਕਮ ਨੇ। ਹਿੰਦੁਸਤਾਨ ਦੀ ਧਰਤੀ ਤੇ ਇਸੇ ਤਰ੍ਹਾਂ ਹੁੰਦਾ, ਜਿੰਨੇ ਹਿੰਦੂ ਨੇ ਜਿਹੜੇ ਆਪਣੇ ਆਪ ਮੁਸਲਮਾਨ ਹੋਏ ਉਹਨਾਂ ਦੇ ਮੁਕੱਦਮੇ ਮਾਫ ਹੋ ਗਏ, ਜ਼ਮੀਨਾਂ, ਤਨਖਾਹਾਂ, ਨੌਕਰੀਆਂ, ਐਸੀਆਂ ਵਸਤੂਆਂ ਉਹਨਾਂ ਨੂੰ ਮਿਲ ਗਈਆਂ। ਜਿਹੜੇ ਨਾ ਮੰਨੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਮੁਕੱਦਮੇ ਪਾ ਕੇ, ਦੁੱਖ ਕਲੇਸ਼ ਦੇ ਵਿੱਚ ਪਾ ਕੇ। ਜਿਹੜੇ ਫਿਰ ਵੀ ਨਹੀਂ ਮੰਨੇ ਫਿਰ ਉਹਨਾਂ ਨੂੰ ਕਤਲ ਕੀਤਾ ਗਿਆ। ਇਤਿਹਾਸ ਇਹ ਗੱਲ ਕਹਿੰਦਾ ਕਿ 1.25 ਮਣ ਜੰਜੂ ਹਿੰਦੁਸਤਾਨ ਦੀ ਧਰਤੀ ਤੋਂ ਰੋਜ਼ ਗਲ ਦੇ ਵਿੱਚੋਂ ਉਤਰਦਾ ਹੈ। ਜੰਜੂ ਗੁਰਮੁਖੋ ਇੱਕ ਧਾਗਾ ਹੈ ਸੂਤ ਦਾ, ਇਹਦਾ ਵਜਨ ਬਿਲਕੁਲ ਨਾਮ ਬਰਾਬਰ ਹੀ ਹੈ। ਵਜਨ ਤੇ ਉਹਦਾ ਮਿਲਿਆ ਨਹੀਂ ਜਾ ਸਕਦਾ। ਜਿਵੇਂ ਸੋਨੇ ਦਾ ਆਪਾਂ ਗਹਿਣਾ ਖਰੀਦਦੇ ਹਾਂ ਤੇ ਸੋਨੇ ਦੇ ਗਹਿਣੇ ਜਿਹੜਾ ਹੈ ਉਹ ਸਭ ਤੋਂ ਨਿੱਕੇ ਵੇਟ ਦੇ ਵਿੱਚ ਤੋਲਿਆ ਜਾਂਦਾ ਹੈ। ਇਸੇ ਤਰ੍ਹਾਂ ਉਹ ਸੂਤ ਦੇ ਧਾਗੇ ਦਾ ਕੋਈ ਵਜਨ ਨਹੀਂ ਹੈ। ਉਹਦਾ ਭਾਰ 1.25 ਮਣ ਹੁੰਦਾ। ਇੰਨੇ ਜੰਜੂ ਜਿਹੜੇ ਉਹ ਧਾਗੇ ਸਨ ਗਲਾਂ ਵਿੱਚੋਂ ਉਤਰਦੇ, ਪਰ ਇਹ ਧਾਗੇ ਸਾਰੇ ਹਿੰਦੂਆਂ ਦੇ ਗਲਾਂ ਵਿੱਚੋਂ ਨਹੀਂ ਉਤਰਦੇ, ਕਿਉਂਕਿ ਜਨੇਊ ਜਿਹੜਾ ਹੈ ਨਾ ਉਹ ਕੱਲਾ ਬ੍ਰਾਹਮਣ ਹੀ ਪਾਉਂਦਾ ਹੈ। ਬ੍ਰਾਹਮਣ ਬਿਨਾਂ ਜਨੇਊ ਨਹੀਂ ਕੋਈ ਪਾਉਂਦਾ। ਕਹਿਣ ਤੋਂ ਭਾਵ ਹੈ ਵੀ ਇੰਨੇ ਬ੍ਰਾਹਮਣ ਜਾਂ ਕਤਲ ਹੁੰਦੇ ਸਨ ਜਾਂ ਮੁਸਲਮਾਨ ਹੁੰਦੇ ਸਨ। ਤੇ ਦੂਜੇ ਤੀਜਿਆਂ ਦੀ ਤੇ ਗਿਣਤੀ ਕੋਈ ਨਹੀਂ ਹੈ ਵੀ ਕਿੰਨੇ ਕੁ ਮੁਸਲਮਾਨ ਹੁੰਦੇ ਜਾਂ ਕਿੰਨਿਆਂ ਨੂੰ ਕਤਲ ਕੀਤਾ ਜਾਂਦਾ। ਇਹਨੇ ਐਲਾਨ ਕਰ ਦਿੱਤਾ ਜਿੰਨੇ ਮਥੁਰਾ ਦੇ ਮੰਦਰ ਨੇ, ਇਸੇ ਤਰ੍ਹਾਂ ਹੋਰ ਵੱਡੀਆਂ ਵੱਡੀਆਂ ਜਿਵੇਂ ਦੇਹਰਾਦੂਨ ਹੈ ਜਾਂ ਇਸੇ ਤਰ੍ਹਾਂ ਹੋਰ ਇਲਾਕੇ ਨੇ ਜਿੱਥੇ ਵੱਡੇ ਮੇਲੇ ਜਾਂ ਵੱਡੇ ਸਥਾਨ ਨੇ, ਉਹਨਾਂ ਸਾਰਿਆਂ ਸਥਾਨਾਂ ਦੇ ਮੰਦਰ ਢਾਹ ਦਿੱਤੇ ਜਾਣ। ਜੈਪੁਰ ਦੇ ਮੰਦਰ ਢਾਹੇ ਗਏ, ਇਸੇ ਤਰ੍ਹਾਂ ਮਥੁਰਾ ਦੇ ਮੰਦਰ ਢਾਹੇ ਗਏ, ਦਵਾਰਕਾ ਦੇ ਮੰਦਰ ਢਾਹੇ ਗਏ। ਇਹ ਸਾਰੇ ਮੰਦਰਾਂ ਨੂੰ ਢਾਉਣ ਦਾ ਹੁਕਮ ਔਰੰਗਜ਼ੇਬ ਬਾਦਸ਼ਾਹ ਨੇ ਦਿੱਤਾ ਹੈ। ਜਿਸ ਕਿਸ ਤੇ ਅਜ਼ਮਤ ਪਤੀ ਆਵੇ, ਅਤੇ ਇਹ ਚਾਹੁੰਦਾ ਵੀ ਮੈਂ ਛੱਡਣਾ ਉਹਨੂੰ ਹੈ ਜਿਹੜਾ ਬੰਦਾ ਕਰਾਮਾਤ ਵਿਖਾਵੇ। ਜਿਹੜਾ ਕਿ ਉਹ ਕਰਾਮਾਤ ਵਿਖਾ ਦੇਵੇ ਉਹ ਮੇਰੇ ਕੋਲੋਂ ਬਚ ਜਾਵੇ। ਜਿਹੜਾ ਕਰਾਮਾਤ ਨਹੀਂ ਵਿਖਾਵੇਗਾ ਉਹਨੂੰ ਮੈਂ ਕਤਲ ਕਰ ਦਿਆਂ। ਇਸ ਨੇ ਗੁਰੂ ਘਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਬਾਦਸ਼ਾਹ ਨੂੰ ਵੀ ਬੁਲਾਇਆ। ਆਪਣੇ ਕੋਲ ਸ਼ਰਤ ਉਹ ਹੀ ਰੱਖੀ ਹੈ, ਮਹਾਰਾਜ ਕਰਾਮਾਤ ਵਿਖਾਓ। ਤੇ ਸਤਿਗੁਰਾਂ ਨੇ ਬਚਨ ਕੀਤਾ, ਨਾਟਕ ਚੇਤਕ ਕੀਏ ਉਪਾਜਾ, ਪ੍ਰਭ ਲੋਕਨ ਕਹੇ ਆਵਤ ਲਾਜਾ। ਇਹ ਜਿਹੜੀਆਂ ਸ਼ਕਤੀਆਂ ਵਿਖਾਉਣੀਆਂ ਨਾ ਔਰੰਗਜ਼ੇਬ ਬਾਦਸ਼ਾਹ, ਇਹ ਨਾਟਕ ਵਾਲ ਕਰਨ ਵਾਲੀ ਗੱਲ ਹੈ। ਤੇ ਨਾਟਕ ਕਰਨ ਤੋਂ ਰੱਬ ਦੇ ਪਿਆਰਿਆਂ ਨੂੰ ਸੰਗ ਲੱਗਦੀ ਹੈ। ਰੱਬ ਦਾ ਪਿਆਰਾ ਨਾਟਕ ਨਹੀਂ ਕਰ ਸਕਦਾ। ਅਸੀਂ ਕਰਾਮਾਤ ਨਹੀਂ ਵਿਖਾ ਸਕਦੇ। ਕਰਾਮਾਤ ਨਹੀਂ ਵਿਖਾਉਣੀ ਤੇ ਤੁਹਾਨੂੰ ਕਤਲ ਕੀਤਾ ਜਾਵੇਗਾ। ਇਹ ਔਰੰਗਜ਼ੇਬ ਦਾ ਫੈਸਲਾ ਸੀ। ਰੋ ਵਿਚਾਰ ਇਹ ਸਾਰਿਆਂ ਦੀ ਕਰਾਮਾਤ ਪਤਿਆਉਂਦਾ, ਇਹਦੇ ਵਿੱਚ ਕਰਾਮਾਤ ਹੈ ਉਹਨੂੰ ਛੱਡ ਦਿੰਦਾ, ਜਿਹਦੇ ਵਿੱਚ ਨਹੀਂ ਹੈ ਉਹਨੂੰ ਕਤਲ ਕਰ ਦਿੰਦਾ। ਇਹ ਇਕੱਲੇ ਹਿੰਦੂਆਂ ਦੀ ਕਰਾਮਾਤ ਨਹੀਂ ਦੇਖਦਾ, ਇਹ ਮੁਸਲਮਾਨਾਂ ਦੀ ਵੀ ਕਰਾਮਾਤ ਦੇਖਦਾ। ਕਿਉਂਕਿ ਮੁਸਲਮਾਨਾਂ ਵਿੱਚ ਵੀ ਦੋ ਫਿਰਕੇ ਨੇ, ਇੱਕ ਸ਼ੀਆ ਤੇ ਇੱਕ ਸੁੰਨੀ ਹੈ। ਕਹਿਣ ਲੱਗੇ ਇੱਕ ਬਹੁਤ ਵੱਡਾ ਫਕੀਰ ਹੈ, ਨਾਮ ਹੈ ਸ਼ਰਮਦ। ਸ਼ਰਮਦ ਇੰਨਾ ਵੱਡਾ ਫਕੀਰ ਹੈ ਕਿ ਪ੍ਰਮਾਤਮਾ ਦੀ ਉਸ ਨੂੰ ਪ੍ਰਾਪਤੀ ਹੈ ਖੁਦਾ ਦੀ। ਪਰ ਇਸ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਸ਼ਰਮਦ ਦੇ ਕੱਪੜੇ ਉਤਾਰ ਕੇ ਇਹਨੂੰ ਬਿਲਕੁਲ ਨੰਗਾ ਕਰਕੇ, ਲੰਗੋਟ ਜਾਂ ਕਸ਼ਹਿਰਾ ਕੱਛਾ ਵੀ ਨਾ ਇਹਨੇ ਪਾਇਆ ਰਵੇ, ਇਹ ਵੀ ਉਤਾਰ ਦਿਓ, ਨੰਗਾ ਕਰਕੇ ਜੇਲ੍ਹ ਵਿੱਚ ਬਿਠਾ ਦਿਓ। ਕਿਉਂਕਿ ਇਹ ਮੇਰੀ ਗੱਲ ਮੰਨਦਾ ਨਹੀਂ ਹੈ, ਖੁਦਾ ਦੀ ਗੱਲ ਕਰਦਾ, ਰੱਬ ਦੀ ਗੱਲ ਕਰਦਾ। ਭਾਵੇਂ ਕਿ ਉਹ ਮੁਸਲਮਾਨ ਸੀ ਔਰ ਬੜਾ ਕਰਾਮਾਤੀ ਸੀ, ਉਹਨੂੰ ਵੀ ਜੇਲ੍ਹ ਵਿੱਚ ਪਾਇਆ ਗਿਆ। ਉਹਦੀ ਕਰਾਮਾਤ ਦਾ ਪਤਾ ਇੱਥੋਂ ਲੱਗਾ, ਇੱਕ ਵਾਰੀ ਰੂਸ ਦਾ ਕੋਈ ਵਜ਼ੀਰ ਚੱਲ ਕੇ ਆਇਆ, ਉਹਨੂੰ ਇੱਕ ਸਵਾਲ ਕਿਸੇ ਨੇ ਕਰ ਦਿੱਤਾ ਰਾਜੇ ਨੂੰ ਕਿ ਸਬਰ ਕੀ ਹੁੰਦਾ ਤੇ ਸ਼ੁਕਰ ਕੀ ਹੁੰਦਾ। ਇਹ ਸਾਡੀ ਆਪਾਂ ਸਰਵਣ ਕੀਤੀ ਕਈ ਵਾਰ। ਤੇ ਉਸਨੇ ਭੇਜਿਆ ਕਿ ਜਾ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਜਾ, ਉਹਦੇ ਕੋਲ 14,000 ਉਲਮਾਓ ਬੈਠੇ ਵਿਦਵਾਨ, ਉਹ ਕੋਈ ਨਾ ਕੋਈ ਇਹਦਾ ਉੱਤਰ ਜ਼ਰੂਰ ਦੇਣਗੇ। ਤੇ ਜਦੋਂ ਉਹ ਰੂਸ ਦਾ ਆਇਆ ਨਾ ਵਜ਼ੀਰ, ਇਹ ਜਵਾਬ ਲੈਣ ਵਾਸਤੇ ਵੀ ਸਬਰ ਕਿਹਨੂੰ ਕਹਿੰਦੇ, ਸ਼ੁਕਰ ਕਿਹਨੂੰ ਕਹਿੰਦੇ, 14,000 ਉਲਮਾਓ ਨੇ ਆਪੋ ਆਪਣੀ ਮੱਤ ਮੁਤਾਬਕ, ਗ੍ਰੰਥਾਂ ਦੇ ਮੁਤਾਬਕ, ਗਿਆਨ ਦੇ ਮੁਤਾਬਕ ਸਾਰਿਆਂ ਨੇ ਜਵਾਬ ਦਿੱਤਾ। ਪਰ ਵਜ਼ੀਰ ਦੀ ਤਸੱਲੀ ਨਹੀਂ ਹੋਈ।
ਉੱਤੋਂ ਕਹਿ ਦਿੰਦਾ ਵੀ ਹਾਂ ਠੀਕ ਤੂੰ ਆਖਿਆ, ਪਰ ਅੰਦਰੋਂ ਤਸੱਲੀ ਨਹੀਂ ਹੋਈ। ਜਦੋਂ ਵੇਖਿਆ ਵੀ 14,000 ਬੁਲਾਓ ਮੈਨੂੰ ਜਵਾਬ ਨਹੀਂ ਦੇ ਸਕੇ, ਫਿਰ ਕਿਸੇ ਨੇ ਦੱਸਿਆ ਵੀ ਇੱਕ ਫਕੀਰ ਬੈਠਾ ਜੇਲ੍ਹ ਦੇ ਵਿੱਚ, ਜੇ ਤੂੰ ਉਹਨੂੰ ਮਿਲ ਲਵੇ ਉਹ ਤੇਰੀ ਤਸੱਲੀ ਕਰਵਾਵੇ। ਤੇ ਵਜ਼ੀਰ ਨੇ ਫਿਰ ਔਰੰਗਜ਼ੇਬ ਦੇ ਕੋਲੋਂ ਆਗਿਆ ਮੰਗੀ। ਔਰੰਗਜ਼ੇਬ ਨੇ ਕਹਿ ਦਿੱਤਾ ਵੀ ਜਾ ਕੇ ਤੂੰ ਮਿਲ ਸਕਦਾ। ਤੇ ਜਦੋਂ ਇਹ ਵਜ਼ੀਰ ਗਿਆ ਨਾ ਸਰਬੱਤ ਨਾਮੇ ਫਕੀਰ ਨੂੰ ਮਿਲਣ ਵਾਸਤੇ, ਕਿ ਉਹ ਨੰਗਾ ਬੈਠਾ ਜੇਲ੍ਹ ਦੇ ਵਿੱਚ, ਤੇ ਇਸ ਵਜ਼ੀਰ ਨੇ ਜਾ ਕੇ ਸਵਾਲ ਕੀਤਾ ਜੀ ਸਬਰ ਕਿਹਨੂੰ ਕਹਿੰਦੇ ਤੇ ਸ਼ੁਕਰ ਕਿਹਨੂੰ ਕਹਿੰਦੇ ਹੋ, ਮੈਨੂੰ ਦੱਸ ਦਿਓ, ਮੈਂ ਤੁਹਾਡੇ ਕੋਲ ਆਇਆ। ਤੇ ਸਰਬੱਤ ਫਕੀਰ ਨੇ ਆਖਿਆ ਇਹਦਾ ਜਵਾਬ ਅੱਜ ਨਹੀਂ, ਮੈਂ ਕੱਲ ਨੂੰ ਅੰਮ੍ਰਿਤ ਵੇਲੇ ਦੇਵਾਂਗਾ। ਤੂੰ ਕੱਲ ਨੂੰ ਇਸ ਤਰ੍ਹਾਂ ਕਰੀ, ਇੱਕ ਮਸ਼ਕ ਪਾਣੀ ਦੀ ਭਰ ਕੇ ਲਿਆ, ਇੱਕ 2 ਗਜ ਕੱਪੜਾ ਲੈ ਕੇ ਆ, ਕੱਲ ਨੂੰ ਅੰਮ੍ਰਿਤ ਵੇਲੇ ਆਈ, ਮੈਂ ਤੈਨੂੰ ਜਵਾਬ ਦੇਵਾਂ। ਜਦੋਂ ਗੁਰਮੁਖੋ ਅਗਲਾ ਦਿਨ ਹੋਇਆ ਨਾ, ਤੇ ਇਹ ਵਜ਼ੀਰ ਮਸ਼ਕ ਪਾਣੀ ਦੀ ਲੈ ਕੇ ਤੇ 2 ਗਜ ਕੱਪੜਾ ਲੈ ਕੇ ਪਹੁੰਚਾ। ਇਤਿਹਾਸਕਾਰ ਕਹਿੰਦੇ ਨੇ ਵੀ ਸ਼ਰਮਦ ਨੇ ਉਸ ਪਾਣੀ ਦੀ ਮਸ਼ਕ ਦੇ ਨਾਲ ਸਮੇਤ ਸਿਰ ਤੋਂ ਲੈ ਕੇ ਤੇ ਪਿੰਡੇ ਦਾ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਮਗਰੋਂ ਜਿਹੜਾ ਕੱਪੜਾ ਲੈ ਕੇ ਗਿਆ ਸੀ, ਕੁਝ ਕੱਪੜਾ ਆਪਣੇ ਲੱਕ ਦੇ ਨਾਲ ਬੱਧਾ ਤੇ ਕੁਝ ਕੱਪੜੇ ਦੇ ਨਾਲ ਆਪਣਾ ਤਨ ਢੱਕਿਆ, ਕਿ ਮੈਂ ਹੁਣ ਰੱਬ ਦੀ ਇਬਾਦਤ ਕਰਨੀ ਹੈ, ਰੱਬ ਨੂੰ ਯਾਦ ਕਰਨਾ। ਗੁਰਮੁਖੋ ਆਪਾਂ ਕਈ ਵਾਰੀ ਨੰਗੇ ਸਹੀ ਲੱਗ ਪੈਂਦੇ, ਨੰਗੇ ਪਿੰਡੇ ਹੀ ਲੱਗ ਪੈਂਦੇ ਬਾਣੀ ਪੜ੍ਹਨ ਵਾਸਤੇ। ਫਕੀਰ ਦਾ ਜੀਵਨ ਕੈਸਾ ਹੈ? ਕਹਿਣ ਲੱਗਾ ਮੈਂ ਖੁਦਾ ਨੂੰ ਯਾਦ ਕਰਨਾ, ਮੇਰਾ ਤਨ ਸੁੱਚਾ ਹੋਵੇ, ਉਹ ਤਨ ਢੱਕਿਆ ਹੋਵੇ। ਜਦੋਂ ਕੱਪੜਾ ਆਪਣੇ ਤਨ ਤੇ ਪਾ ਲਿਆ ਤੇ ਕਹਿਣ ਲੱਗਾ ਪੁੱਛ ਵਜ਼ੀਰਾ ਕੀ ਪੁੱਛਣਾ। ਤੇ ਵਜ਼ੀਰ ਨੇ ਉਹੀ ਸਵਾਲ ਕੀਤਾ ਜੀ ਸਬਰ ਕਿਹਨੂੰ ਕਹਿੰਦੇ ਤੇ ਸ਼ੁਕਰ ਕਿਹਨੂੰ ਕਹਿੰਦੇ। ਤੇ ਸਰਬੱਤ ਨੇ ਆਖਿਆ ਜੇ ਬੋਲ ਕੇ ਦੱਸਿਆ ਤੇ ਬੋਲ ਕੇ ਦੱਸਣ ਵਾਲੇ ਤੇ ਬੜੇ ਨੇ, ਮੈਂ ਤੈਨੂੰ ਵਿਖਾ ਹੀ ਦਿੰਦਾ ਵੀ ਸਬਰ ਤੇ ਸ਼ੁਕਰ ਕੀ ਹੁੰਦਾ ਹੈ। ਵਜ਼ੀਰ ਨੂੰ ਆਪਣੇ ਕੋਲ ਬਿਠਾਇਆ ਤੇ ਆਪਣਾ ਸਿਰ ਵਜ਼ੀਰ ਦੇ ਹੱਥ ਤੇ ਰੱਖਿਆ, ਵਜ਼ੀਰ ਦੇ ਸਿਰ ਤੇ ਰੱਖਿਆ ਆਪਣਾ ਹੱਥ। ਜਦੋਂ ਹੱਥ ਸਿਰ ਤੇ ਰੱਖਿਆ ਤੇ ਕੀ ਵੇਖਦਾ ਹੈ? ਬੜੀਆਂ ਵੱਡੀਆਂ ਤਾਕਤਾਂ, ਗੁਪਤ ਸ਼ਕਤੀਆਂ ਹੱਥ ਜੋੜ ਕੇ ਸਰਬੱਤ ਦੇ ਸਾਹਮਣੇ ਖਲੋਤੀਆਂ ਹੋਈਆਂ ਤੇ ਕਹਿ ਰਹੀਆਂ ਵੀ ਸਰਬੱਤ ਸਾਨੂੰ ਹੁਕਮ ਦੇ, ਅਸੀਂ ਔਰੰਗਜ਼ੇਬ ਨੂੰ ਪੂਰੀ ਫੌਜ ਦੇ ਸਮੇਤ ਗਰਕ ਕਰ ਦਈਏ। ਉਹ ਸਾਨੂੰ ਆਗਿਆ ਦੇ ਦੇ, ਹੁਕਮ ਦੇ, ਜਿਹਦੇ ਬਾਦਸ਼ਾਹ ਨੇ ਤੈਨੂੰ ਨੰਗਿਆ ਕੀਤਾ, ਦੁੱਖ ਦਿੱਤਾ, ਇਹਨੂੰ ਖਤਮ ਕਰ ਦਈਏ, ਤੇਰਾ ਹੁਕਮ ਹੋਵੇ। ਪਰ ਸਰਬੱਤ ਕਹਿ ਰਿਹਾ ਨਹੀਂ, ਇਸ ਤਰ੍ਹਾਂ ਨਹੀਂ ਕਰਨਾ। ਇਹ ਕੁਝ ਵਿਖਾ ਕੇ ਤੇ ਆਪਣਾ ਹੱਥ ਚੁੱਕ ਲਿਆ ਤੇ ਵਜ਼ੀਰ ਨੂੰ ਆਖਿਆ ਇਹ ਤੇਰਾ ਜਵਾਬ ਹੈ। ਵਜ਼ੀਰ ਕਹਿੰਦਾ ਜੀ ਮੈਨੂੰ ਤੇ ਸਮਝ ਹੀ ਨਹੀਂ ਆਈ, ਮੈਨੂੰ ਤੇ ਦੱਸਿਆ ਵੀ ਸ਼ਕਤੀਆਂ, ਵੱਡੀਆਂ ਤਾਕਤਾਂ, ਗੁਪਤ, बड़े पीर मुरीद वीर देवियां देवते पैगंबर हाथ जोड़ के खलोते तुहाडे कोलों आग्या मंगदे पे, मैं ते इहो ही वेखिया, इहदे तो बिना मैनूं समझ नहीं आई भी इहदा मतलब की है। तो उस वेले फकीर ने समझाया, कहने लगा मतलब ये है कि परमात्मा ने मैनूं इन्नियां ताकतां दित्तियां ने, मैं इन्नियां ताकतां लैके भी उहदा शुक्रगुजार हां। परमात्मा धन्नवाद तेरा जो तू मैनूं इन्ने जुगा बनाया, इन्नियां ताकतां मैनूं दे छड्डियां, ये मैं परमात्मा का शुक्र करदा पिया। ये तेरे शुक्र का जवाब है कि शुक्र की हुंदा, जिसका दिता खावना तिस कही है शाबाश। ये है शुक्र। थाले विच प्रशादा पिया ने छकण लगे ते रब दा शुक्रगुजार करना, ਉਹਦੇ ਵਿੱਚ ਦੁੱਖ ਸੁਗੰਧੀਆਂ ਨਹੀਂ ਕੱਢਣੀਆਂ ਵੀ ਇਹ ਸਹੀ ਨਹੀਂ ਬਣਿਆ, ਠੀਕ ਨਹੀਂ ਬਣਿਆ, ਰੱਬ ਨੇ ਤੇ ਮੈਨੂੰ ਦਿੱਤਾ ਹੀ ਕੁਝ ਨਹੀਂ ਹੈ, ਮੈਨੂੰ ਮਿਲਿਆ ਹੀ ਕੁਝ ਨਹੀਂ ਹੈ। ਨਾ ਸ਼ੁਕਰੇ ਨਹੀਂ ਬਣਨਾ, ਸ਼ੁਕਰਗੁਜ਼ਾਰ ਹੋਣਾ ਵੀ ਧੰਨਵਾਦ ਪਰਮਾਤਮਾ ਤੂੰ ਨਵਾਜਿਆ ਮੈਨੂੰ ਇਸ ਰਹਿਮਤ ਦੇ ਨਾਲ। ਫਕੀਰ ਕਹਿ ਲੱਗਾ ਮੇਰੇ ਕੋਲ ਇੰਨੀਆਂ ਤਾਕਤਾਂ, ਮੈਂ ਰੱਬ ਦਾ ਸ਼ੁਕਰ ਕਰਦਾ। ਤੇ ਵਜ਼ੀਰ ਦਾ ਦੂਜਾ ਸਵਾਲ ਜੀ ਸਬਰ ਕਿਹਨੂੰ ਕਹਿੰਦੇ? ਕਹਿਣ ਲੱਗੇ ਸਬਰ ਦਾ ਜਵਾਬ ਵੀ ਇਹੋ ਹੀ ਹੈ, ਮੇਰੇ ਕੋਲ ਇੰਨੀਆਂ ਤਾਕਤਾਂ ਨੇ ਫਿਰ ਵੀ ਨੰਗਾ ਹੋ ਕੇ ਮੈਂ ਜੇਲ੍ਹ ਵਿੱਚ ਬੈਠਣਾ ਮਨਜ਼ੂਰ ਕੀਤਾ, ਪਰ ਔਰੰਗਜ਼ੇਬ ਨੂੰ ਦੁੱਖ ਦੇਣ ਬਾਰੇ ਨਹੀਂ ਸੋਚਿਆ। ਇਹ ਸਬਰ ਹੈ, ਇੰਨੀ ਤਾਕਤ ਕੋਲ ਆ ਜਾਵੇ ਕਿ ਬੰਦਾ ਜੋ ਚਾਹੇ ਉਹ ਕਰ ਸਕਦਾ ਹੋਵੇ, ਪਰ ਫਿਰ ਵੀ ਤੇਰਾ ਕੀਆ ਮਿੱਠਾ ਲੱਗੇ ਹਰਨਾਮ ਪਦਾਰਥ ਮਿਲ ਕੇ ਆਖੀਏ ਤੇਰਾ ਕੀਆ ਮਿੱਠਾ ਲੱਗੇ। ਇਹ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਬਰ। ਤਤੀ ਤਵੀ ਤੇ ਬੈਠੇ ਹੋਏ ਮਹਾਰਾਜ ਸਾਹਿਬ ਜੀ, ਤਾਕਤਾਂ ਸਾਰੀਆਂ ਕੋਲ ਨੇ, ਜੋ ਚਾਹੋ ਕਰ ਸਕਦੇ।
इत्थे ते साईं मियां मीर आके कहता पिया महाराज मैनू आग्या दिओ मैं इन्हां नूं सजा देवां। महाराज कहन लगे नहीं ये सबर दी परख है। वो फकीर भी कह रहा है, कहने लगा वजीर इन्नी ताकत दे हुंदियां मैं इन्ने दुख सहारदा पिया, ये मेरा सबर है। इनू कहंदे सबर ते शुक्र। पर गुरमुखो उस साधु दा नाम जिहड़ा है साधु दा शर्मद है। औरंगजेब ने उन्होंने भी कत्ल करवा दिता है, वो भी मुसलमान है, औरंगजेब भी मुसलमान है। औरंगजेब ने अपने धर्म के साधु को इन्नी ताकत जिहदे कोल है, रब दा सच्चा पैरोकार रब दा भगत है, उन्होंने कत्ल करवा दिता। ये साखी तुहानू तां श्रवण करवाई है कि औरंगजेब किसी का सका नहीं, जिहड़ा अपने सके भरावां नूं मरा सकदा धोखा दे के, जिहड़ा पिता नूं कैद करवा सकदा ते भुखियां रख के मार सकदा, ਉਹਦੇ ਅਸੀਂ ਤੁਸੀਂ ਤੇ ਦੂਜੇ ਲੋਕ ਕੀ ਲੱਗਦੇ ਹੋ? ਕੱਲੇ ਹਿੰਦੂ ਨਹੀਂ ਮਾਰੇ, ਮੁਸਲਮਾਨ ਵੀ ਉਸਨੇ ਕਤਲ ਕੀਤੇ, ਸਾਈ ਬੋਧੀ ਜੈਨੀ ਜਿੰਨੇ ਉਹਦੇ ਕਾਬੂ ਹੈ ਸਭ ਰਗੜੇ ਗਏ। ਜਿਹੜਾ ਕੋਈ ਕਰਾਮਾਤ ਵਿਖਾਉਂਦਾ ਉਹ ਬਚ ਜਾਂਦਾ ਹੈ, ਜਿਹੜਾ ਕਰਾਮਾਤ ਨਹੀਂ ਵਿਖਾ ਸਕਦਾ ਉਹ ਕਤਲ ਕੀਤਾ ਜਾਂਦਾ। ਦਸਵੇਂ ਪਾਤਸ਼ਾਹ ਮਹਾਰਾਜ ਕਹਿ ਰਹੇ, ਕਹਿਣ ਲੱਗੇ ਗੁਰੂ ਜੀ ਸਿੱਖੋ औरंगजेब का पाप बड़ा ही बढ़ना है, ऐसा इसने कई साधुओं कुर्बान कर देना है। हमारे संग संग्राम चाहे सतगुरु पातशाह कहने लगे साडे नाल भी जंग करेगा आने वाले समय में, औरंगजेब दे नाल साडे भी जंग होने ने। नानकपुर साहब दे विच बड़ी फौज औरंगजेब ने कह के वजीर खान नूं भेजिया, सरहद दा सूबेदार उत्थे पहुंचिया। कल्ला सरहद दा सूबेदार नहीं, लाहौर का सूबेदार, काबल का सूबेदार, कश्मीर का सूबेदार, जिन्ने भी गवर्नर सन सारे आपको अपनी फौज लैके आनंदपुर साहब को घेरा पा के औरंगजेब के कहने से बैठे। कि जदों महाराज ने आनंदपुर साहब छड्डिया चमकौर की गली को आए, औरंगजेब ने 10 लाख ताजा फौज जिहड़ी है ना उस वेले दिल्ली तो भेजी भी महाराज भजने नहीं चाहिए। ये 10वें पातशाह ने जफरनामे में भी लिखा, जो जफरनामा लिखा ना वो लिखा महाराज ने 10 लाख की गिनती लिखी है कि औरंगजेब बादशाह मेरे 40 सिख भूखे ते प्यासे कई दिनों का रोटी भोजन नहीं छड्या ते चंगे शस्त्र भी कोल नहीं, ठंड में ठहरे हुए, और उन्हें 40 भूखिया के वास्ते तू 10 लाख फौज भेजी है। 10 किधर का न्याय है कि जफरनामे में लिखा सी महाराज। सतगुरु ये वचन जे आने ने होना ये सब कुछ, पर महाराज पहले ही दसदे पे कहने लगे भी इस औरंगजेब का साडे नाल वैर पैना है की करनी ना है विचारी, क्योंकि रब दी करनी इसने विचारी नहीं है। गुरु तेग बहादुर पातशाह ने आख्या औरंगजेब तू 2 धर्मां तो एक करना चाहना, परमात्मा ये नहीं चाहता। उस वेले 1.25 मन कालियां मिर्चां ਜਿਹੜੀਆਂ ਨੇ ਉਹ ਸਤਗੁਰਾਂ ਨੇ ਮੰਗਵਾਈਆਂ, ਬਾਦਸ਼ਾਹ ਨੂੰ ਕਹਿ ਕੇ ਆਖਿਆ ਇਹਨਾਂ ਨੂੰ ਅੱਗ ਲਾ ਕੇ ਸਾੜ ਦੇ, ਸਾਰੀਆਂ ਗਈਆਂ। ਜਦੋਂ ਸਾਰੀਆਂ ਮਿਰਚਾਂ ਦੀ ਸਵਾਹ ਬਣ ਗਈ ਨਾ ਤੇ ਫਿਰ ਸਤਿਗੁਰੂ ਤੇਗ ਬਹਾਦਰ ਬਾਦਸ਼ਾਹ ਕਹਿਣ ਲੱਗੇ ਇਹਨਾਂ ਮਿਰਚਾਂ ਨੂੰ ਕੱਪੜੇ ਸ਼ਾਨ ਕਰੋ, ਕੱਪੜੇ ਵਿੱਚ ਛਾਨੀਆਂ ਗਈਆਂ, 3 ਮਿਰਚਾਂ ਸਾਬਤ ਨਿਕਲੀਆਂ। ਮਹਾਰਾਜ ਕਹਿਣ ਲੱਗੇ ਔਰੰਗजेब ਇਹ ਖੁਦਾ ਦਾ ਇਸ਼ਾਰਾ ਹੈ, ਤੂੰ 2 ਧਰਮਾਂ ਤੋਂ ਇੱਕ ਧਰਮ ਕਰਨਾ ਚਾਹੁੰਦਾ, परमात्मा दोनों तो अगे एक तीजा होर बनाना चाहता। सतगुरु पातशाह ने वचन करने है, कहते कि इस तरह इसने फल की अजमाइश करनी है, हम पर चढ़ो करो बल भारी, ये साडे ऊपर भी बल पावेगा, जोर पाना चाहेगा पर इसका जोर पैना नहीं है। और प्रसाद मद बजन धारा, और महाराज कहने लगे ये जिहड़ा असीं खालसा पंथ साजिया ये परमात्मा के हुक्म के नाल साजिया, साडे खालसे के ऊपर जोर नहीं पा सकेगा, क्योंकि प्रगटियो खालसा परमात्मा की फौज। ठाठ भयो ना जोर कर बचन कहाँ सरन्याय, पंथ चलै तब जगत में जब तुम करो सहाय। खालसा पंथ परमात्मा की मौज नाल प्रगट होया, ये किसी बंदे का पैदा किया नहीं, ये परमात्मा के हुक्म के नाल ते अकाल पुरख ने खुद गुरु गोबिंद सिंह महाराज ने रूप दे विच पैदा किया। ये खंडे तो पैदा होया। महाराज कहने लगे पंथ साडा
औरंगजेब जुल्म ते बड़े करेगा, बच्चों के टोटे करके गला में पहनगे, कई तरह के तशद्दद करेगा, पर इस खालसे के ऊपर ਇਹਦਾ ਯੋਗ ਚੱਲਣਾ ਨਹੀਂ ਹੈ। ਮਾਰਨਗੇ ਸਭ ਜੋ ਤਮਜਾ ਸਾਡਾ ਜਿਹੜਾ ਖਾਲਸਾ ਹੈ ਜਦੋਂ ਜੰਗ ਪਵੇਗਾ ਨਾ ਆ ਕੇ ਇਹਨਾਂ ਦੇ ਨਾਲ, ਫਿਰ ਚੱਪੜ ਚਿੜੀ ਦਾ ਜੰਗ ਹੋਇਆ, ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਬੈਠਕਿਆਂ ਦੇ ਮਗਰ ਪਾ ਕੇ ਤੇ ਖਿੱਚ ਕੇ ਧੂ ਕੇ ਮਾਰਿਆ ਧਰਤੀ ਦੇ ਉੱਪਰ। ਤੇ ਕਈ ਉਸ ਵੇਲੇ ਜਿਹੜੇ ਆਪਣੇ ਆਪ ਨੂੰ ਬੜੇ ਨਾਗੂ ਖਾਨ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਉਹ ਮਹਾਰਾਜ ਬਚਨ ਕਰਦੇ ਪਏ, ਕਹਿਣ ਲੱਗੇ ਵੀ ਸਾਡਾ ਖਾਲਸਾ ਇਹਨਾਂ ਨੂੰ ਭਾਰੀ ਦੰਡ ਦੇਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਉਣ ਵਾਲੇ ਸਮੇਂ ਦੇ ਬਚਨ ਦੱਸਦੇ ਪਏ। ਅਜੇ ਤੇ ਇਹ ਕਥਾ ਔਰੰਗਜ਼ੇਬ ਤੱਕ ਹੀ ਪਹੁੰਚੀ ਹੈ। ਅੱਗੇ ਖਾਲਸੇ ਨਾਲ ਕੀ ਹੋਵੇਗਾ, ਕਿਵੇਂ ਘੱਲੂ ਘਾਰੇ ਹੋਣਗੇ, ਸ਼ਹੀਦੀਆਂ ਕਿਵੇਂ ਹੋਣਗੀਆਂ, ਰਾਜ ਭਾਗ ਦੇ ਮਾਲਕ ਕਿਵੇਂ ਬਣਨਗੇ, ਉਹ ਸਾਰਾ ਇਤਿਹਾਸ ਨਵੀਂ ਮਹਾਰਾਜ ਜੀ ਅੱਗੇ ਆਪਾਂ ਨੂੰ ਦੱਸਣਗੇ। ਉਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਖੁਆਬੀ, ਲੇਖਾ ਕਥਾ ਨਾ ਛੁੱਟੀਆ, ਅਕਸ਼ਰ ਮਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਵਿਖੇ ਚੈਰੀਟੇਬਲ ਲੈਬੋਰਟਰੀ ਜੋ ਹੈ ਉਹ ਖੁੱਲੀ ਹੈ।